स्वागत। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਪਰਮਵੀਰ, मैं हाँ संजीव। ਕਹਿੰਦੇ ਨੇ ਕਿ ਔਰਤ ਜਿਹੜੀ ਹੈ ਸੰਸਾਰ ਰੂਪੀ ਬਾਗ ਦਾ ਉੱਤਮ ਫਲ ਹੈ। ਜੇਕਰ ਔਰਤ ਨਾ ਹੁੰਦੀ ਤੇ ਇਹ ਦੁਨੀਆ ਖੂਬਸੂਰਤ ਨਾ ਹੁੰਦੀ। ਇੱਕ ਔਰਤ ਹੀ ਹੈ ਜਿਸ ਨੇ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਿਆ। ਇੱਕ ਮਾਂ, ਭੈਣ, ਧੀ ਤੇ ਬੇਟੀ ਦੇ ਰੂਪ ਵਿੱਚ ਇਸ ਦੁਨੀਆ 'ਚ ਵਿਚਰਦੀ ਹੈ। ਜਦੋਂ ਅਸੀਂ ਆਜ਼ਾਦੀ ਵਾਸਤੇ ਸੰਘਰਸ਼ ਕਰ ਰਹੇ ਸੀ ਤਾਂ ਔਰਤਾਂ ਨੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਇਸ ਸੰਘਰਸ਼ ਦੇ ਵਿੱਚ ਸਾਥ ਦਿੱਤਾ ਤੇ ਜਦੋਂ ਭਾਰਤ ਆਜ਼ਾਦ ਹੋਇਆ ਔਰ ਉਸ ਤੋਂ ਬਾਅਦ ਸੰਵਿਧਾਨ ਦਾ ਨਿਰਮਾਣ ਹੋਇਆ ਤਾਂ ਪੂਰੀ ਕਮੇਟੀ ਦੇ ਵਿੱਚ 15 ਔਰਤਾਂ ਵੀ ਸੀ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ ਇਹ ਰੂਪ ਦਿੱਤਾ। ਸਾਨੂੰ ਇਹ ਉਮੀਦ ਰਹੀ ਕਿ ਆਜ਼ਾਦੀ ਤੋਂ ਬਾਅਦ ਔਰਤ ਦੀ ਸਥਿਤੀ ਬਿਲਕੁਲ ਬਦਲੇਗੀ, ਉਸ ਨੂੰ ਮਾਨ ਸਨਮਾਨ ਪ੍ਰਾਪਤ ਹੋਏਗਾ, ਉਹਦੇ ਵਾਸਤੇ ਕਈ ਨਿਯਮ ਵੀ ਬਣੇ, ਕਈ ਕਾਨੂੰਨ ਵੀ ਬਣੇ। ਫਿਰ ਵੀ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕੁਝ ਕਮੀ ਹੈ, ਸੋਚ ਨੂੰ ਬਦਲਣ ਦੀ ਲੋੜ ਹੈ। ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੁਹਾਡੇ ਨਾਲ, ਔਰਤ ਦਾ ਮਾਨ ਸਨਮਾਨ ਜੀ। ਔਰ ਇਸ ਟੌਪਿਕ ਤੇ ਗੱਲਬਾਤ ਕਰਨ ਵਾਸਤੇ ਸਾਡੇ ਮਾਹਿਰ ਮਹਿਮਾਨ ਸਾਡੇ ਕੋਲ ਪਹੁੰਚ ਗਏ ਨੇ। ਸਾਡੇ ਕੋਲ ਪਹੁੰਚੇ ਨੇ ਡਾਕਟਰ ਅਜੇ ਸਰੀਨ ਜੀ, ਪ੍ਰਿੰਸੀਪਲ ਨੇ ਹੰਸਰਾਜ ਮਹਿਲਾ ਮਹਾਵਿਦਿਆਲੇ ਜਲੰਧਰ ਤੋਂ। ਸਵਾਗਤ ਕਰਦੇ ਹਾਂ। नमस्कार मैम, बहुत बहुत शुक्रिया, बहुत बहुत धन्यवाद ਜੀ। ਔਰਤ ਦਾ ਮਾਨ ਸਨਮਾਨ, ਅਸੀਂ ਮਾਨ ਸਨਮਾਨ ਨੂੰ ਕਈ ਵਾਰ ਕਹਿ ਦਿੰਦੇ ਹਾਂ ਕਿ ਕਿਸੇ ਨੂੰ ਜੀ ਜੀ ਕਰਨਾ ਹੈ, ਉਹਨੂੰ ਹੀ ਅਸੀਂ ਮਾਨ ਸਨਮਾਨ ਸਮਝਦੇ ਹਾਂ ਕਿ ਅਸੀਂ ਕਿਸੇ ਨੂੰ ਕਹਿ ਦਿੱਤਾ ਜੀ ਕਰਕੇ ਬੁਲਾਈਦਾ। ਤੁਹਾਡੇ ਸ਼ਬਦਾਂ ਦੇ ਵਿੱਚ ਮਾਨ ਸਨਮਾਨ ਤੋਂ ਕੀ ਭਾਵ ਹੈ? बहुत ਵਧੀਆ ਵਿਸ਼ੇ ਚੁਣਿਆ ਅੱਜ ਤੁਸੀਂ ਗੱਲਬਾਤ ਕਰਨ ਦਾ, ਔਰ ਉਸ ਤੋਂ ਵੀ ਜ਼ਿਆਦਾ ਵਧੀਆ ਤੁਹਾਡਾ ਸ਼ੁਰੂਆਤੀ ਸਵਾਲ ਹੈ। ਵਾਕਈ ਜਦੋਂ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ, ਕਿਸੇ ਨੂੰ ਮੁਖਾਤਿਬ ਹੁੰਦੇ ਹਾਂ ਔਰ ਅਸੀਂ ਜੀ ਦਾ ਇਸਤੇਮਾਲ ਕਰਦੇ ਹਾਂ ਤੇ ਅਸੀਂ ਪਹਿਲਾ ਇੰਪ੍ਰੈਸ਼ਨ ਇਹ ਦਿੰਦੇ ਹਾਂ ਕਿ ਅਸੀਂ ਉਸ ਪਰਸਨ ਨੂੰ ਬਹੁਤ ਸਨਮਾਨ ਨਾਲ ਬੁਲਾ ਰਹੇ ਹਾਂ ਜੀ। ਲੇਕਿਨ ਸੱਚੇ ਅਰਥਾਂ ਦੇ ਵਿੱਚ ਮਾਨ ਸਨਮਾਨ ਦਾ ਮਤਲਬ ਹੈ ਕਿ ਦੂਸਰੇ ਦੀ ਸੋਚ ਨੂੰ ਉਹ ਵਾਜਿਬ ਮਹੱਤਤਾ ਦੇਣਾ ਜਿਹਦੇ ਨਾਲ ਕਿ ਸਾਡਾ ਔਰ ਸਮਾਜ ਦਾ ਕੁਝ ਭਲਾ ਹੋ ਸਕੇ। ਜੇ ਮੈਂ ਇਸ ਮਾਨ ਸਨਮਾਨ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਸਾਡੇ ਘਰ ਤੋਂ ਹੋ ਜਾਂਦੀ ਹੈ। ਜੀ। ਘਰ ਦੇ ਵਿੱਚ ਹਰ ਪਰਸਨ ਨੂੰ ਉਹਦੀ ਉਮਰ ਦੇ ਹਿਸਾਬ ਨਾਲ, ਉਹਦੇ ਅਹੁਦੇ ਦੇ ਲਿਹਾਜ਼ ਨਾਲ ਜਿਹੜਾ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਜੇ ਅਸੀਂ ਉਹ ਦੇਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਸੀਂ ਇੱਕ ਇਹੋ ਜਿਹਾ ਉਦਾਹਰਨ ਪੇਸ਼ ਕਰ ਲੈਂਦੇ ਹਾਂ ਕਿ ਉਹਦੇ ਨਾਲ ਹੀ ਮੁੜ ਕੇ ਸਮਾਜ ਦੀ ਸਿਰਜਣਾ ਹੁੰਦੀ ਹੈ ਔਰ ਉਹਦੇ ਨਾਲ ਹੀ ਇੱਕ ਦੇਸ਼ ਦੇ ਵਿੱਚ ਇੱਕ ਇਹੋ ਜਿਹੀ ਲਹਿਰ ਆ ਜਾਂਦੀ ਹੈ ਕਿ ਹਾਂ ਜੀ ਅਸੀਂ ਇਸ ਰਿਸ਼ਤੇ ਨੂੰ ਇਹ ਸਨਮਾਨ ਦੇਣਾ ਚਾਹੁੰਦੇ ਹਾਂ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹਦੀ ਸ਼ੁਰੂਆਤ ਜਿਹੜੀ ਹੈ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਗੁਰਬਾਣੀ ਵਿੱਚ ਆਉਂਦਾ ਹੈ ਪ੍ਰਥਮ ਗੁਰੂ ਮਾਤਾ, ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ। ਤੁਸੀਂ ਬਿਲਕੁਲ ਠੀਕ ਕਿਹਾ। 3 ਹਿੱਸਿਆਂ 'ਚ ਵੰਡਾਂਗੇ ਅਸੀਂ ਔਰਤ ਦੇ ਜੀਵਨ ਨੂੰ, ਪੇਕੇ, ਸਹੁਰੇ ਤੇ ਕੰਮਕਾਜੀ ਮਹਿਲਾ। ਜਦੋਂ ਆਪਾਂ ਘਰ ਦੀ ਗੱਲ ਕਰੀਏ ਤਾਂ ਜੀ ਦੀ ਜਿਸ ਤਰ੍ਹਾਂ ਗੱਲ ਹੋਈ ਹੈ, ਅਸੀਂ ਅਕਸਰ ਦੇਖਦੇ ਹਾਂ ਪਿਤਾ ਜੀ ਆਪਣੀ ਪਤਨੀ ਨੂੰ ਕਿੱਦਾਂ ਬੁਲਾਉਣਗੇ, ਆ ਪਾਣੀ ਦਹੀਂ, ਰੋਟੀ ਦਹੀਂ, ਉਹ ਅੱਗੋਂ ਕਹੇਗੀ ਜੀ, ਆਈ ਜੀ, ਲਿਆਈ ਜੀ। ਹੁਣ ਇੱਥੋਂ ਹੀ ਸ਼ੁਰੂਆਤ ਹੁੰਦੀ, ਬੱਚੇ ਸਿੱਖਦੇ ਨੇ ਔਰ ਉਹ ਬੇਟੀ ਵੀ ਜੋ ਘਰ ਪੈਦਾ ਹੋਈ ਉਹ ਵੀ ਸਿੱਖਦੀ ਹੈ ਕਿ ਔਰਤ ਨੂੰ ਇੱਦਾਂ ਹੀ ਬੁਲਾਇਆ ਜਾਂਦਾ ਹੈ ਤੇ ਔਰਤ ਨੇ ਅੱਗੋਂ ਜੀ ਕਹਿਣਾ ਹੈ। ਹੁਣ ਸਿੱਖਿਆ ਸ਼ੁਰੂ ਕਰਦੇ ਹਾਂ ਘਰ ਤੋਂ ਅਸੀਂ। ਬਿਲਕੁਲ ਠੀਕ ਗੱਲ ਹੈ। ਬੱਚੇ ਹਮੇਸ਼ਾ ਉਹੀ ਚੀਜ਼ ਇੰਬਾਈਬ ਕਰਨਗੇ, ਉਹਨਾਂ ਦੀ ਪਰਸਨੈਲਿਟੀ 'ਚ ਉਹੀ ਚੀਜ਼ ਆਏਗੀ ਜਿਹੜੀ ਉਹ ਚੀਜ਼ ਦੇਖਣਗੇ। ਜੀ। ਸੋ ਇੱਕ ਮਾਂ ਦਾ, ਇੱਕ ਟੀਚਰ ਦਾ ਇਹ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਉਹੀ ਸਾਰਾ ਕੁਝ ਦੇਖਣ ਲਈ ਮਿਲੇ ਜਿਹੜਾ ਕਿ ਉਹਨਾਂ ਦੀ ਸੋਚ ਲਈ ਚੰਗਾ ਹੈ, ਉਹਨਾਂ ਦੀ ਸਿਹਤ ਲਈ ਚੰਗਾ ਹੈ। ਔਰ ਬਿਲਕੁਲ ਤੁਸੀਂ ਠੀਕ ਇੱਕ ਜੇ ਅੱਜ ਅਸੀਂ ਇੰਡੀਅਨ ਪਰਿਵਾਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਿਨੈਰੀਓ ਇਹੀ ਹੈ। ਉਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ। ਜਦੋਂ ਇੱਕ ਲੜਕੀ ਦਾ ਜਨਮ ਹੁੰਦਾ ਹੈ ਘਰ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਦੇ ਵਿਚਾਰਾਂ ਦੇ ਵਿੱਚ ਤਾਂ ਇਹ ਬਦਲਾਵ ਆ ਗਿਆ ਹੈ ਕਿ ਲੜਕੀ ਲੜਕੇ ਦੇ ਵਿੱਚ ਕੋਈ ਅਸੀਂ ਫਰਕ ਨਹੀਂ ਕਰਨਾ। ਲੇਕਿਨ ਜਿਹੜੇ ਸਾਡੇ ਬਜ਼ੁਰਗ ਪੀੜ੍ਹੀ ਹੈ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ, ਉਹਨਾਂ ਦੇ ਵਿਚਾਰਾਂ ਦੇ ਵਿੱਚ ਮੈਨੂੰ ਲੱਗਦਾ ਹਜੇ ਵੀ ਥੋੜ੍ਹੀ ਜਿਹੀ ਕਿਤੇ ਕਮੀ ਰਹਿ ਜਾਂਦੀ ਹੈ। ਜਦੋਂ ਕਿਸੇ ਦੂਸਰੇ ਦੇ ਘਰ ਬੇਟੀ ਹੋਏ ਤਾਂ ਅਸੀਂ ਕਹਿੰਦੇ ਲਕਸ਼ਮੀ ਆਈ ਹੈ ਤੇ ਆਪਣੇ ਹੋਏ ਤਾਂ ਸਾਡਾ ਮੂੰਹ ਲਟਕ ਜਾਂਦਾ ਹੈ। ਸੋ ਉਸ ਸੋਚ ਨੂੰ ਜਿਹੜਾ ਹੈ ਨਾ ਸਾਨੂੰ ਘਰੋਂ ਬਦਲਣ ਦੀ ਜ਼ਰੂਰਤ ਹੈ। ਇੱਕ ਜਦੋਂ ਨਵਾਂ ਜੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਤੇ ਉਹ ਇੱਕ ਨਵਾਂ ਜੀ ਆਇਆ ਹੈ, ਉਹਦੇ ਨਾਲ ਲੜਕੀ ਜਾਂ ਲੜਕੇ ਨੂੰ ਮਿਲਾ ਦੇਣਾ ਕਿ ਇਸ ਤਰ੍ਹਾਂ ਜਾਂ ਕੁਝ ਤਿਉਹਾਰ ਜਿਹੜੇ ਆ ਉਹ ਸਿਰਫ ਲੜਕੇ ਦੇ ਪੈਦਾ ਹੋਣ ਤੇ ਮਨਾਏ ਜਾਣਗੇ, ਇਹਨਾਂ ਚੀਜ਼ਾਂ ਨੂੰ ਤੋਂ ਸਾਨੂੰ ਥੋੜਾ ਜਿਹਾ ਦੂਰ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਇੱਕ ਬਰਾਬਰੀ ਦਾ ਮਾਹੌਲ ਦੇਵਾਂਗੇ, ਵੈਸੇ ਤਾਂ ਇਸ ਚੀਜ਼ ਦੇ ਵਿੱਚ ਬਹੁਤ ਬਦਲਾਵ ਆਇਆ। ਪੁਰਾਣੇ ਜ਼ਮਾਨੇ 'ਚ ਤੁਸੀਂ ਦੇਖਿਆ ਸੀਗਾ ਕਿ ਲੜਕਿਆਂ ਨੂੰ ਹਮੇਸ਼ਾ ਇੱਕ ਪ੍ਰੈਫਰੈਂਸ਼ੀਅਲ ਟਰੀਟਮੈਂਟ ਬਚਪਨ ਦੇ ਵਿੱਚ ਵੀ ਮਿਲਦਾ ਸੀਗਾ, ਲੇਕਿਨ ਉਹ ਜ਼ਮਾਨਾ ਹੁਣ ਨਹੀਂ ਰਿਹਾ। ਅੱਜ
ਬੱਚੇ ਨੂੰ ਬਰਾਬਰ ਦਾ ਇੱਕ ਸਟੇਟਸ ਮਿਲ ਰਿਹਾ ਹੈ। ਲੇਕਿਨ ਮੇਰੀ ਬੇਨਤੀ ਜਿੰਨੇ ਵੀ ਦਰਸ਼ਕ ਸਾਡੇ ਬਜ਼ੁਰਗ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦੇ ਨਾਲ ਹੈ ਕਿ ਦੋਨੋਂ ਤੁਹਾਡੀ ਸੱਜੀ ਤੇ ਖੱਬੀ ਅੱਖ ਵਰਗੂ ਨੇ। ਉਹ ਪਿਕਚਰ ਤਾਂ ਹੀ ਕਲੀਅਰ ਬਣੇਗੀ ਜਦੋਂ ਦੋਨਾਂ ਦਾ ਵਿਜ਼ਨ ਜਿਹੜਾ ਉਹ ਸਾਇੰਟੀਫਿਕਲੀ 6x6 ਹੋਏਗਾ, ਅਦਰਵਾਈਜ਼ ਉਹ ਜਿਹੜਾ ਵਿਜ਼ਨ ਹੈ ਉਹ ਹਮੇਸ਼ਾ ਬਲਰਡ ਰਹੇਗਾ। ਜੇ ਤੁਸੀਂ ਬਚਪਨ ਦੇ ਵਿੱਚ ਹੀ ਬੱਚੇ ਨੂੰ ਇੱਕ ਬਲਰਡ ਵਿਜ਼ਨ ਦੇ ਦੋਗੇ ਤਾਂ ਉਹ ਸਾਰੀ ਉਮਰ ਕੈਰੀ ਕਰੇਗਾ। ਜੀ ਤੁਸੀਂ ਦੇਖਿਆ ਬਹੁਤ ਇਹੋ ਜਿਹੇ ਤੁਹਾਨੂੰ ਐਗਜ਼ਾਮਪਲਸ ਛੋਟੀਆਂ ਪਿਕਚਰਾਂ ਦੇ ਵਿੱਚ ਜਾਂ ਲਘੂ ਕਥਾਵਾਂ 'ਚ ਮਿਲਦੇ ਸੀ ਕਿ ਦਾਦੀ ਨੇ ਚੁੱਪ ਚੁਪੀਤੇ ਮੱਖਣ ਦਾ ਇੱਕ ਚਮਚ ਜਿਹੜਾ ਹੈ ਉਹ ਪੋਤੇ ਲਈ ਰੱਖ ਦਿੱਤਾ ਤੇ ਪੋਤੀ ਨੂੰ ਵਾਂਝਿਆ ਕਰਤਾ। ਉਹ ਕਿਤੇ ਨਾ ਕਿਤੇ ਇਹੋ ਜਿਹੇ ਇਨਸਟਿੰਕਟਸ ਜਿਹੜੇ ਹੈ ਉਹ ਬੱਚੇ ਦੇ ਮਨ ਦੇ ਵਿੱਚ ਤਾਂ ਉਮਰ ਰਹਿੰਦੇ ਨੇ ਜੀ। ਤੇ ਜੇ ਉਹੀ ਦਾਦੀ ਆਪਣੀ ਪੋਤੀ ਨੂੰ ਵੀ ਆਪਣੇ ਗਲੇ ਲਗਾ ਕੇ ਉਹ ਨਿੱਘ ਦੇਵੇਗੀ ਤਾਂ ਮੇਰਾ ਖਿਆਲ ਹੈ ਕਿ ਅਸੀਂ ਉਸ ਕਹਾਵਤ ਨੂੰ ਵੀ ਜਿਹੜਾ ਹੈ ਉਹ ਝੁਠਲਾ ਦੇਵਾਂਗੇ ਕਿ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਅੱਜ ਜ਼ਮਾਨਾ ਉਹ ਆ ਗਿਆ ਜਦੋਂ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਸਪੋਰਟਰ ਹੈ। ਜੀ ਤੇ ਪਿਤਾ ਜੀ ਨੂੰ ਵੀ ਜੀ ਕਹਿਣਾ ਚਾਹੀਦਾ ਨਾ ਅੱਗੋਂ। ਵਾਕਈ ਕਹਿਣਾ ਚਾਹੀਦਾ ਹੈ। ਔਰ ਅੱਜ ਸਮਾਜ ਦੇ ਵਿੱਚ ਜਿਹੜਾ ਹੈ ਨਾ ਸੰਜੀਵ ਜੀ ਇਹ ਬਦਲਾਅ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਅੱਜ ਤੁਸੀਂ ਇਹ ਦੇਖੋਗੇ, ਅੱਜ ਤੁਸੀਂ ਇਹ ਮਹਿਸੂਸ ਕਰੋਗੇ ਕਿ ਜਿੱਥੇ ਹਸਬੈਂਡ ਵਾਈਫ ਦੋਨੋਂ ਵਰਕਿੰਗ ਨੇ ਉੱਥੇ ਪਤੀ ਜਿਹੜਾ ਹੈ ਉਹ ਪਤਨੀ ਦੇ ਕੰਮ ਦੇ ਵਿੱਚ ਪੂਰਾ ਸਾਥ ਦੇ ਰਿਹਾ ਹੈ ਜੀ, ਕਿਉਂਕਿ ਉਹਦੇ ਮਨ ਦੇ ਵਿੱਚ ਇੱਕ ਸਨਮਾਨ ਦੀ, ਇੱਕ ਡਿਗਨਿਟੀ ਦੀ ਭਾਵਨਾ ਜਿਹੜੀ ਹੈ ਉਹ ਆਲਰੇਡੀ ਆ ਚੁੱਕੀ ਹੈ। ਚਾਹੇ ਉਹ ਭਾਵਨਾ ਉਹਦੀ ਕਾਲਜ ਦੀ ਐਜੂਕੇਸ਼ਨ ਚੋਂ ਆਈ ਹੈ, ਚਾਹੇ ਉਹਦੇ ਵਰਕਿੰਗ ਪਲੇਸ ਦੇ ਐਥਿਕਸ ਨੇ ਉਹਨੂੰ ਇਹ ਸਿਖਾਇਆ, ਲੇਕਿਨ ਬਦਲਾਅ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਬਹੁਤ ਮਾਣ ਹੈ ਕਿ ਅਸੀਂ ਇਸ ਦੌਰ ਦੇ ਵਿੱਚੋਂ ਅੱਗੇ ਵਧ ਰਹੇ ਹਾਂ। ਜੀ ਤੁਸੀਂ ਦਾਦੀ ਨਾਨੀ ਦੀ ਗੱਲ ਕੀਤੀ ਹੈ, ਇੱਕ ਪਾਸੇ ਤੁਸੀਂ ਮਾਂ-ਬਾਪ ਦੇ ਪੜ੍ਹੇ ਲਿਖੇ ਹੋਣ ਦੀ ਗੱਲ ਕੀਤੀ ਹੈ, ਮਾਂ-ਬਾਪ ਵਰਕਿੰਗ ਨੇ। ਅੱਜ ਜਿਹੜੀਆਂ ਆ ਨਿਊਕਲੀਅਰ ਫੈਮਲੀਜ਼ ਜ਼ਿਆਦਾ ਵੱਧ ਗਈਆਂ ਨੇ ਔਰ ਜੁਆਇੰਟ ਫੈਮਲੀਜ਼ ਜਿਹੜੀਆਂ ਘਟਦੀਆਂ ਜਾ ਰਹੀਆਂ। ਇਹ ਵੀ ਕਿਤੇ ਨਾ ਕਿਤੇ ਕਾਰਨ ਤੁਸੀਂ ਸਮਝਦੇ ਹੋ? ਮਾਨ सम्मान ਘਟ ਰਿਹਾ ਹੈ ਸਾਡੇ। ਯੈਸ, ਦੇਖੋ ਨਿਊਕਲੀਅਰ ਫੈਮਲੀਜ਼ ਔਰ ਜੁਆਇੰਟ ਫੈਮਲੀਜ਼ ਦਾ ਜਿਹੜਾ ਕਨਸੈਪਟ ਹੈ ਨਾ ਇਹਦੇ ਬਹੁਤ ਸਾਰੇ ਪੋਜ਼ਿਟਿਵਸ ਹੈ, ਬਹੁਤ ਸਾਰੇ ਨੈਗੇਟਿਵਸ ਹੈ ਜੀ। ਇਹ ਅੱਜ ਦੇ ਜ਼ਮਾਨੇ ਦੀ ਜ਼ਰੂਰਤ ਹੋ ਗਈ ਹੈ ਕਿ ਸਾਡੇ ਬਜ਼ੁਰਗ ਜਿਹੜੇ ਹੈ ਉਹ ਬੱਚਿਆਂ ਦੇ ਨਾਲ ਹਰ ਜਗ੍ਹਾ ਮੂਵ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਇੱਕ ਆਪਣਾ ਲਾਈਫ ਸਟਾਈਲ ਹੈ। ਜੀ, ਉਹਨਾਂ ਦਾ ਇੱਕ ਆਪਣਾ ਲਾਈਫ ਸਟਾਈਲ ਹੈ, ਉਹਨਾਂ ਦਾ ਇੱਕ ਆਪਣਾ ਸੋਸ਼ਲ ਸਰਕਲ ਹੈ। ਔਰ ਜਿਹੜੀ ਯੰਗਰ ਜਨਰੇਸ਼ਨ ਹੈ ਉਹਨੂੰ ਬੜੀ ਫਰੀਕੁਐਂਟਲੀ ਆਪਣੀਆਂ ਜੌਬਸ ਦੇ ਹਿਸਾਬ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਨਾ ਪੈਂਦਾ। ਮੈਂ ਇੱਕ ਛੋਟਾ ਜਿਹਾ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂਗੀ ਕਿ ਨਿਊਕਲੀਅਰ ਫੈਮਲੀਜ਼ ਦੇ ਵਿੱਚ ਜਦੋਂ ਅਸੀਂ ਬੱਚਿਆਂ ਦੀ ਪਾਲਣਾ ਕਰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਵੱਡੇ ਕਰਦੇ ਹਾਂ ਤਾਂ ਬਹੁਤ ਸਾਰੇ ਕੁਐਸਚਨ ਮਾਰਕਸ ਆ ਜਾਂਦੇ ਨੇ ਕਿਉਂਕਿ ਹਸਬੈਂਡ ਵਾਈਫ ਦੋਨੋਂ ਵਰਕਿੰਗ ਨੇ, ਬੱਚਿਆਂ ਲਈ ਬਹੁਤ ਘੱਟ ਟਾਈਮ ਨੇ। ਜੀ, ਬੱਚਾ ਸੋਸ਼ਲ ਮੀਡੀਆ ਵਾਲੇ ਪਾਸੇ ਚਲਾ ਜਾਂਦਾ ਹੈ ਔਰ ਉਹ ਸੋਸ਼ਲ ਮੀਡੀਆ ਦੇ ਉੱਤੇ ਕੀ ਚੀਜ਼ਾਂ ਦੇਖ ਰਿਹਾ ਇਹਦੇ ਉੱਤੇ ਵੀ ਕਈ ਵਾਰੀ ਸਾਡਾ ਚੈੱਕ ਨਹੀਂ ਰਹਿੰਦਾ। ਜੀ, ਜੇ ਅਸੀਂ ਇਹਦੇ ਕੰਪੈਰੀਜ਼ਨ ਦੇ ਵਿੱਚ ਜੁਆਇੰਟ ਫੈਮਿਲੀ ਦੀ ਗੱਲ ਕਰੀਏ ਤਾਂ ਉਦੋਂ ਸਾਡੇ ਬਜ਼ੁਰਗ, ਸਾਡੀਆਂ ਦਾਦੀਆਂ ਨਾਨੀਆਂ ਘਰ 'ਚ ਹੁੰਦੀਆਂ ਸੀ ਔਰ ਉਹ ਬੱਚਿਆਂ ਦੀ ਪੂਰੀ ਨਿਗਰਾਨੀ ਤਾਂ ਰੱਖਦੀਆਂ ਸੀ ਲੇਕਿਨ ਬਹੁਤ ਸਾਰੀਆਂ ਵੈਲਿਊਜ਼ ਉਹਨਾਂ 'ਚ ਪਾ ਦਿੰਦੀਆਂ ਸੀ। ਜੀ, ਉਹ ਜਿਹੜੀਆਂ ਦੁਪਹਿਰ ਨੂੰ ਜਾਂ ਰਾਤ ਨੂੰ ਛੋਟੀਆਂ ਕਹਾਣੀਆਂ ਸੁਣਾਉਣਾ, ਛੋਟੇ ਬਾਤਾਂ ਸੁਣਾਉਣਾ, ਉਹਦੇ ਵਿੱਚ ਜੋ ਕੁਝ ਵੀ ਹੁੰਦਾ ਸੀ ਇੱਕ ਮੋਰਲ ਐਂਡ ਦੇ ਵਿੱਚ ਜ਼ਰੂਰ ਹੁੰਦਾ ਸੀ। ਹਾਂਜੀ, ਬਜ਼ੁਰਗਾਂ ਦਾ ਸਨਮਾਨ ਕਰਨਾ, ਮਾਂ-ਬਾਪ ਦੀ ਗੱਲ ਸੁਣਨਾ, ਮਾਂ-ਬਾਪ ਨੂੰ ਹਰ ਚੀਜ਼ ਦੇ ਵਿੱਚ ਕੌਨਫੀਡੈਂਸ ਦੇ ਵਿੱਚ ਲੈਣਾ, ਇਹ ਸਾਰੀਆਂ ਚੀਜ਼ਾਂ ਬੱਚਿਆਂ ਦੇ ਮਨਾਂ ਦੇ ਵਿੱਚ ਉਹਨਾਂ 'ਚ ਇੰਬਾਈਬ ਹੋ ਜਾਂਦੀਆਂ ਸੀ। ਸੋ ਅੱਜ ਜਦੋਂ ਅਸੀਂ ਨਿਊਕਲੀਅਰ ਫੈਮਲੀਜ਼ ਵਾਲੇ ਪਾਸੇ ਜਾ ਰਹੇ ਹਾਂ ਇਹ ਚੀਜ਼ ਦੀ ਇੱਕ ਘਾਟ ਹੈ। ਜੀ, ਦੂਸਰੀ ਇੱਕ ਗੱਲ ਜਿਹੜੀ ਮੈਂ ਹੋਰ ਮਹਿਸੂਸ ਕਰਦੀ ਹਾਂ ਕਿ ਜੁਆਇੰਟ ਫੈਮਲੀਜ਼ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਜੋ ਤਕਰਾਰ ਹੁੰਦੀ ਸੀਗੀ ਉਹ ਕਮਰੇ ਤੱਕ ਹੀ ਰਹਿ ਜਾਂਦੀ ਸੀ। ਜਦੋਂ ਕਮਰੇ ਚੋਂ ਬਾਹਰ ਦੋਨੋਂ ਨਿਕਲਦੇ ਸੀ ਤਾਂ ਖਿੜੇ ਮੱਥੇ ਨਿਕਲਦੇ ਸੀ, ਇੱਕ ਦੂਸਰੇ ਦਾ ਮਾਨ ਸਨਮਾਨ ਔਰ ਇਸ ਗੱਲ ਨੂੰ ਸੋਚਿਆ ਜਾਂਦਾ ਸੀਗਾ ਕਿ ਸਾਡੀ ਜੋ ਵੀ ਮਨ ਮੁਟਾਵ ਹੋਇਆ ਉਹਦਾ ਘਰਦਿਆਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਔਰ ਉਹ ਮਨ ਮੁਟਾਵ ਬੜੀ ਜਲਦੀ ਖਤਮ ਹੋ ਜਾਂਦਾ ਸੀ। ਅੱਜ ਸੀਨ ਬਿਲਕੁਲ ਡਿਫਰੈਂਟ ਹੈ। ਉਹ ਜਿਹੜਾ ਮਨ ਮੁਟਾਵ ਹੈ ਉਹ ਕਈ ਦਿਨ ਕਈ ਹਫ਼ਤੇ ਚੱਲਦਾ ਰਹਿੰਦਾ ਹੈ, ਉਹਦੇ ਨਾਲ ਸਟ੍ਰੈਸ ਲੈਵਲ ਵੱਧ ਜਾਂਦਾ ਹੈ, ਉਹਦੇ ਨਾਲ ਸਾਨੂੰ ਇੱਕ ਦੂਜੇ ਦੀਆਂ ਗਲਤੀਆਂ ਜ਼ਿਆਦਾ ਨਜ਼ਰ ਆਉਂਦੀਆਂ, ਪੋਜ਼ਿਟਿਵ ਚੀਜ਼ਾਂ ਘੱਟ ਨਜ਼ਰ ਆਉਂਦੀਆਂ। ਸ਼ਾਸਤਰ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ, ਜਿਸ ਦੇਸ਼ ਦੇ ਵਿੱਚ, ਜਿਸ ਸਮਾਜ ਦੇ ਵਿੱਚ ਔਰਤ ਦਾ ਮਾਨ ਸਨਮਾਨ ਨਹੀਂ ਹੁੰਦਾ ਉੱਥੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ। ਆਪਾਂ ਘਰ ਦੀ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕੀਤੀ ਕਿ ਅੱਜ ਕੱਲ੍ਹ ਪਰਿਵਾਰ ਛੋਟਾ ਹੋ ਗਿਆ ਤਾਂ ਸਾਰੀ ਜ਼ਿੰਮੇਵਾਰੀ ਮਾਂ-ਬਾਪ ਦੇ ਉੱਤੇ ਆ ਗਈ, ਉਹਨਾਂ ਨੇ ਸਿੱਖਿਆ ਦੇਣੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਮਾਂ ਦਾ ਸੰਬੰਧ ਧੀ ਨਾਲ ਤੇ ਪੁੱਤਰ ਨਾਲ ਕਿੱਦਾਂ ਦਾ ਹੋਣਾ ਚਾਹੀਦਾ, ਕੀ ਸਿੱਖਿਆ ਦੇਵੇ, ਤੇ ਪਿਓ ਦਾ ਸੰਬੰਧ ਧੀ ਨਾਲ ਤੇ ਪੁੱਤਰ ਨਾਲ ਕਿੱਦਾਂ ਦਾ ਹੋਣਾ ਚਾਹੀਦਾ, ਕੀ ਸਿੱਖਿਆ ਦੇਣ ਆਪਣੇ ਬੱਚਿਆਂ ਨੂੰ। ਬਿਲਕੁਲ ਠੀਕ ਹੈ ਜੀ।
ਮਾਂ ਔਰ ਬਾਪ ਜਿਹੜੇ ਹੈ ਉਹ ਇੱਕ ਕੁਮਹਾਰ ਦਾ ਕੰਮ ਕਰਦੇ ਨੇ ਜਦੋਂ ਬੱਚੇ ਦੇ ਭਵਿੱਖ ਨੂੰ ਸਵਾਰਨ ਦੀ ਗੱਲ ਆਉਂਦੀ ਹੈ। ਜੀ। ਕੁਮਹਾਰ ਦਾ ਕੀ ਕੰਮ ਹੈ ਕਿ ਇੱਕ ਘੜਾ ਉਹਨੇ ਬਣਾਉਣਾ ਹੈ, ਉਹਨੂੰ ਸ਼ੇਪ ਦੇਣੀ। ਸ਼ੇਪ ਜਦੋਂ ਦੇਣੀ ਹੈ ਤੇ ਬੜੀ ਡੈਲੀਕੇਸੀ ਦੇ ਨਾਲ ਉਹਦੀ ਸ਼ੇਪ ਦੇਣੀ ਪੈਂਦੀ ਹੈ ਕਿ ਸੱਜਿਓਂ ਵੱਡਾ ਨਾ ਹੋ ਜਾਏ, ਖੱਬਿਓਂ ਛੋਟਾ ਨਾ ਰਹਿ ਜਾਏ, ਉਹਦਾ ਜਿਹੜਾ ਮੋਟਾਈ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਇਹ ਸਾਰੀਆਂ ਸ਼ੇਪ ਦੇ ਨਾਲ ਰਿਲੇਟਡ ਚੀਜ਼ਾਂ ਨੇ ਜੀ। ਜਦੋਂ ਉਹਨੂੰ ਪਕਾਣਾ ਹੈ ਉਸ ਵੇਲੇ ਵੀ ਸਾਨੂੰ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕਿੰਨੀ ਆਂਚ ਦੇ ਉੱਤੇ ਉਹਨੂੰ ਪਕਾਇਆ ਜਾਏ ਤਾਂ ਕਿ ਉਹ ਕਰੈਕ ਨਾ ਕਰ ਜਾਏ। ਜੀ। ਸੋ ਇਹ ਜਿਹੜਾ ਕੰਮ ਹੈ ਇਹ ਡਿਫਰੈਂਟ ਸਟੇजेस ਦੇ ਉੱਤੇ ਮਾਂ ਦਾ ਵੀ ਹੈ ਔਰ ਫਾਦਰ ਦਾ ਵੀ ਹੈ। ਹਾਂਜੀ। ਮਾਂ ਨੇ ਜਦੋਂ ਬੱਚੇ ਨੂੰ ਸ਼ੇਪ ਦੇਣੀ ਹੈ ਤਾਂ ਫਾਦਰ ਨੇ ਇਹ ਚੈੱਕ ਰੱਖਣਾ ਹੈ ਕਿ ਕਿਤੇ ਬਹੁਤ ਜ਼ਿਆਦਾ ਲੀਨੀਅੰਸੀ ਨਾ ਹੋ ਜਾਏ, ਬੱਚਾ ਇੰਨਾ ਪੈਂਪਰਡ ਨਾ ਹੋ ਜਾਏ ਕਿ ਉਹ ਗਲਤ ਰਾਹ ਦੇ ਉੱਤੇ ਚਲਾ ਜਾਏ। ਸੋ ਉਹਨੇ ਉਹ ਚੈੱਕ ਰੱਖਣਾ ਹੈ। ਜਦੋਂ ਬਾਪ ਨੇ ਇਹ ਚੈੱਕ ਰੱਖਣਾ ਹੈ ਤੇ ਮਾਂ ਦੀ ਜ਼ਿੰਮੇਵਾਰੀ ਹੈ ਕਿ ਕਿਤੇ ਚੈੱਕ ਇੰਨਾ ਸਟਰੋਂਗ ਨਾ ਹੋ ਜਾਏ ਕਿ ਉਹ ਬੱਚਾ ਕਰੈਕ ਹੀ ਕਰ ਜਾਏ। ਸੋ ਇਸ ਕਰਕੇ ਘਰ ਦੇ ਵਿੱਚ ਮਾਂ-ਬਾਪ ਦਾ ਆਪਸ ਦੇ ਵਿੱਚ ਇੱਕ ਬੈਲੈਂਸ ਹੋਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਅਕਸਰ ਇਹੋ ਜਿਹੇ ਇੰਸਟੈਂਸ ਤੁਸੀਂ ਦੇਖੇ ਹੋਣਗੇ ਕਿ ਬੱਚੇ ਦੀ ਵੈਲਫੇਅਰ ਨੂੰ ਲੈ ਕੇ, ਬੱਚੇ ਦੀ ਪ੍ਰੋਗਰੈਸ ਨੂੰ ਲੈ ਕੇ, ਉਹਦੀ ਗਰੋਥ ਨੂੰ ਲੈ ਕੇ ਮਾਂ-ਬਾਪ ਆਪਸ ਦੇ ਵਿੱਚ ਕਈ ਵਾਰੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਆਰਗੂਮੈਂਟ ਵੀ ਹੋ ਜਾਂਦਾ ਹੈ, ਲੇਕਿਨ ਉਹ ਆਰਗੂਮੈਂਟ ਜਿਹੜਾ ਹੈ ਉਹ ਬੱਚੇ ਦੀ ਭਲਾਈ ਲਈ ਹੋਣਾ ਚਾਹੀਦਾ ਹੈ। ਉਹ ਆਰਗੂਮੈਂਟ ਫॉर द ਸੇਕ ਆਫ ਆਰਗੂਮੈਂਟ ਨਹੀਂ ਹੋਣਾ ਚਾਹੀਦਾ। ਹੋ ਸਕਦਾ ਹੈ ਕਿ ਮਾਂ ਦੀ ਜਿਹੜੀ ਹੈ ਉਹ ਐਕਸਪਰਟਾਈਜ਼ ਕਿਸੇ ਵਿਸ਼ੇ ਦੇ ਵਿੱਚ ਹੋਏ ਤਾਂ ਉਸ ਵਿਸ਼ੇ ਦੇ ਵਿੱਚ ਸਾਨੂੰ ਉਹਦੀ ਰਾਏ ਦਾ ਪੂਰਾ ਸਨਮਾਨ ਕਰਨਾ ਚਾਹੀਦਾ ਹੈ। ਸਿਰਫ ਉਸ ਵੇਲੇ ਫਾਦਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਨਹੀਂ ਮੈਂ ਕਿਉਂਕਿ ਘਰ ਦਾ ਮੁਖੀਆ ਹਾਂ ਤੇ ਮੇਰੀ ਹੀ ਗੱਲ ਜਿਹੜੀ ਹੈ ਉਹ ਮੰਨੀ ਜਾਣੀ ਚਾਹੀਦੀ ਹੈ, ਮਰਦ ਪ੍ਰਧਾਨ ਸਮਾਜ। ਯੈਸ, ਲੇਕਿਨ ਉਸ ਵੇਲੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕੁਐਸਚਨ ਜਿਹੜਾ ਹੈ, ਸਵਾਲ ਜਿਹੜਾ ਉਹ ਸਾਡੇ ਬੱਚੇ ਦੇ ਭਵਿੱਖ ਦਾ ਹੈ ਔਰ ਬੱਚਾ ਸਾਡਾ ਸਾਂਝਾ ਹੈ। ਜੀ। ਸੋ ਉਸ ਵੇਲੇ ਅਸੀਂ ਜਦੋਂ ਉਸ ਵੇਲੇ ਮਾਂ ਦੀ ਰਾਏ ਨੂੰ ਪੂਰਾ ਸਨਮਾਨ ਦਿੰਦੇ ਹਾਂ ਤਾਂ ਅਸੀਂ ਬੱਚੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਇਨਕਲਕੇਟ ਕਰ ਰਹੇ ਹਾਂ ਕਿ ਔਰਤ ਜਿਹੜੀ ਹੈ ਉਹ ਸਿਰਫ ਇੱਕ ਕਮੋਡਿਟੀ ਨਹੀਂ ਹੈ, ਉਹਦੀ ਇੱਕ ਆਪਣੀ ਇੰਡੀਪੈਂਡੈਂਟ ਆਈਡੈਂਟੀਟੀ ਹੈ ਔਰ ਉਹ ਵੀ ਸક્ષਮ ਹੈ ਕਿ ਉਹ ਕਿਸੇ ਵਿਸ਼ੇ ਦੇ ਉੱਤੇ ਆਪਣਾ ਵਿਚਾਰ ਦੇ ਔਰ ਉਹਦਾ ਵਿਚਾਰ ਦੂਸਰੇ ਤੋਂ ਬਿਹਤਰ ਵੀ ਹੋ ਸਕਦਾ ਹੈ। ਜੀ, ਬਿਲਕੁਲ ਸਹੀ ਕਿਹਾ। ਔਰ ਦੇਖਿਆ ਜਾਂਦਾ ਹੈ ਘਰ ਦੇ ਵਿੱਚ ਆਪਾਂ ਕੁੜੀਆਂ ਮੁੰਡਿਆਂ ਨਾਲ ਫਰਕ ਰੱਖਦੇ, ਜਿਵੇਂ ਤੁਸੀਂ ਦੱਸਿਆ ਵਿਤਕਰਾ ਕਰਦੇ ਹਾਂ। ਕਿਤੇ ਨਾ ਕਿਤੇ ਆਪਾਂ ਕੁੜੀਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਸਮਝਾ ਦਿੰਦੇ ਹਾਂ, ਸ਼ੁਰੂ ਤੋਂ ਹੀ ਉਹਨਾਂ ਨੂੰ ਸਿਖਾਉਂਦੇ ਹਾਂ ਘਰ ਦੇ ਕੰਮ ਕਰਨੇ, ਉਹ ਵੀ ਬਹੁਤ ਜ਼ਰੂਰੀ ਹੈ। ਤੇ ਪੜ੍ਹਾਈ ਲਿਖਾਈ ਦੇ ਵਿੱਚ ਵੀ ਕਿਤੇ ਨਾ ਕਿਤੇ ਵਾਂਝੇ ਰੱਖਿਆ ਜਾਂਦਾ ਹੈ ਕੁੜੀਆਂ ਨੂੰ। ਬਟ ਅੱਜ ਦੇ ਸਮਾਜ ਦੀ ਗੱਲ ਕੀਤੀ ਜਾਵੇ ਤੇ ਅੱਜ ਆਪਾਂ ਕੁੜੀਆਂ ਜਿਹੜੀਆਂ ਬਰਾਬਰ ਚੱਲ ਰਹੀਆਂ ਮੁੰਡਿਆਂ ਦੇ, ਕੁੜੀਆਂ ਦੀਆਂ ਲੋਹੜੀਆਂ ਤੱਕ ਮਨਾਈਆਂ ਜਾਂਦੀਆਂ। ਕੀ ਕਹਿਣਾ ਚਾਹੋਗੇ ਅੱਜ ਦੀ ਔਰਤ ਤੇ ਪੁਰਾਣੀ ਔਰਤ ਬਾਰੇ? ਦੇਖੋ, ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਕੁੜੀਆਂ ਨੂੰ ਵਾਂਝਿਆ ਰੱਖਿਆ ਜਾਂਦਾ ਹੈ ਜਾਂ ਕੁੜੀਆਂ ਘੱਟ ਪੜ੍ਹਨ ਵਾਲੇ 'ਚ ਜਾਂਦੀਆਂ ਹੈ, ਮੈਂ ਇਸ ਗੱਲ ਤੋਂ ਥੋੜ੍ਹਾ ਜਿਹਾ ਡਿਫਰ ਕਰਾਂਗੀ। ਜੀ। ਚਲੋ ਉਦਾਹਰਨ ਦੇ ਤੌਰ 'ਤੇ ਇੱਕ ਜ਼ਿਕਰ ਕਰਦੀ ਹਾਂ। ਮੈਨੂੰ ਥੋੜ੍ਹੇ ਦਿਨ ਹੋਏ ਕਿਸੇ ਇੱਕ ਕੋ ਐਜੂਕੇਸ਼ਨ ਕਾਲਜ ਦੇ ਪ੍ਰਾਈਜ਼ ਡਿਸਟ੍ਰੀਬਿਊਸ਼ਨ 'ਤੇ ਜਾਣ ਦਾ ਮੌਕਾ ਮਿਲਿਆ। ਜੀ। ਤੁਸੀਂ ਯਕੀਨ ਮੰਨੋ ਮੇਰੀ ਗੱਲ ਦਾ ਕਿ 1 ਤੋਂ ਲੈ ਕੇ 90 ਤੱਕ ਸੀਰੀਅਲ ਆਰਡਰ ਦੇ ਵਿੱਚ ਪ੍ਰਾਈਜ਼ ਲੈਣ ਵਾਲੀਆਂ ਕੁੜੀਆਂ ਸੀ ਔਰ ਜਦੋਂ 91 ਨੰਬਰ ਦੇ ਉੱਤੇ ਇੱਕ ਲੜਕੇ ਨੂੰ ਪ੍ਰਾਈਜ਼ ਮਿਲਿਆ ਤਾਂ ਜਿਹੜੇ ਚੀਫ ਗੈਸਟ ਸੀ ਉਹਨਾਂ ਨੇ ਹੱਥ ਜੋੜ ਕੇ ਉਸ ਮੁੰਡੇ ਨੂੰ ਕਿਹਾ ਕਿ ਤੂੰ ਆ ਕੇ ਮੇਰੀ ਲਾਜ ਰੱਖ ਲੈ। ਸੋ ਆਪਾਂ ਇਸ ਗੱਲ ਨੂੰ ਤਾਂ ਮੰਨ ਕੇ ਚੱਲੀਏ ਕਿ ਅੱਜ ਲੜਕੀਆਂ ਜਿਹੜੀਆਂ ਉਹ ਹਰ ਖੇਤਰ ਦੇ ਵਿੱਚ ਬਹੁਤ ਅੱਗੇ ਨੇ, ਚਾਹੇ ਉਹ ਐਕੈਡੈਮਿਕਸ ਹੈ, ਚਾਹੇ ਉਹ ਸਪੋਰਟਸ ਹੈ, ਚਾਹੇ ਉਹ ਕਲਚਰਲ ਹੈ। ਔਰ ਪਰਮਵੀਰ, ਇਹ ਸਾਲ ਜਿਹੜਾ ਇੰਟਰਨੈਸ਼ਨਲ ਵੂਮਨ ਡੇ ਦਾ ਹੈ ਇਹ ਤਾਂ ਵੂਮਨ ਇਨ ਲੀਡਰਸ਼ਿਪ ਕੁਆਲਿਟੀਜ਼, ਵੂਮਨ ਐਜ਼ ਲੀਡਰਸ ਉਹਦੇ ਤੌਰ ਤੇ ਮਨਾਇਆ ਜਾ ਰਿਹਾ ਹੈ, ਟੌਪ ਬੌਸਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਔਰ ਬਹੁਤ ਸਾਰੇ ਇਹੋ ਜਿਹੇ ਇੰਸਟੈਂਸ ਹੈ ਤੁਹਾਡੇ ਸਾਹਮਣੇ ਜਿੱਥੇ ਕਿ ਅੱਜ ਜਿਹੜੀ ਟੌਪ ਪੋਜੀਸ਼ਨ ਦੇ ਉੱਤੇ ਹੈ ਉਹ ਲੇਡੀਜ਼ ਬੈਠੀਆਂ। ਯਾਨੀ ਕਿ ਔਰਤ ਦਾ ਮਾਨ ਸਨਮਾਨ ਮਰਦ ਦੀ ਦਇਆ ਦਾ ਮੁਹਤਾਜ ਨਹੀਂ ਹੈ। ਬਿਲਕੁਲ ਨਹੀਂ ਹੈ, ਇਹ ਕੰਪਲੀਮੈਂਟਰੀ ਹੈ ਸੰਜੀਵ ਜੀ। ਮੈਂ ਤਾਂ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਮਰਦਾਂ ਨੂੰ ਹੀ ਦੇਵਾਂਗੀ। ਕਾਰਨ ਇਹ ਹੈ ਕਿ ਜੇ ਅੱਜ ਸਮਾਜ ਦੇ ਵਿੱਚ ਇੱਕ ਚੇਂਜ ਆਈ ਹੈ ਤਾਂ ਉਹ ਚੇਂਜ ਕੱਲੀ ਔਰਤ ਨਹੀਂ ਲਿਆ ਸਕਦੀ ਸੀ। ਅੱਜ ਜੇ ਇੱਕ ਪਿਤਾ ਇਹ ਸੋਚ ਰਿਹਾ ਹੈ ਕਿ ਮੇਰੀ ਬੇਟੀ ਨੂੰ ਪੜ੍ਹਨ ਦੀ ਜ਼ਰੂਰਤ ਹੈ ਔਰ ਉਹਨੂੰ ਪੜ੍ਹਨੇ ਭੇਜ ਰਿਹਾ, ਅੱਜ ਜੇ ਇੱਕ ਪਤੀ ਸੋਚ ਰਿਹਾ ਹੈ ਕਿ ਮੇਰੀ ਵਾਈਫ ਜਿਹੜੀ ਹੈ ਉਹ ਇਕੁਅਲੀ ਕੰਪੀਟੈਂਟ ਹੈ ਔਰ ਉਹ ਜੌਬ ਕਰ ਰਹੀ ਹੈ, ਅੱਜ ਜੇ ਇੱਕ ਭਰਾ ਇਹ ਸੋਚ ਰਿਹਾ ਹੈ ਕਿ ਮੇਰੀ ਭੈਣ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ, ਤੇ ਇਟ ਇਜ਼ ਓਨਲੀ ਐਂਡ ਓਨਲੀ
ਕਿਉਂਕਿ ਮਰਦਾਂ ਦੀ ਸੋਚ ਦੇ ਵਿੱਚ ਬਦਲਾਅ ਆਇਆ ਹੈ। ਮੈਂ ਇਹਨੂੰ ਹਮੇਸ਼ਾ ਇਹ ਲੈ ਕੇ ਚੱਲਦੀ ਹਾਂ ਕਿ ਇਹ ਕੋਈ ਦੋਨੋਂ ਇੱਕ ਦੂਸਰੇ ਦੇ ਆਪੋਜ਼ਿਟ ਨਹੀਂ ਹੈ, ਬਟ ਇਹ ਇੱਕ ਦੂਸਰੇ ਦੇ ਕੰਪਲੀਮੈਂਟਰੀ, ਪੂਰਕ ਨੇ ਇੱਕ ਦੂਜੇ ਦੇ। ਬਿਲਕੁਲ ਕੰਪਲੀਮੈਂਟਰੀ ਹੈ। ਅੱਜ ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਨੇ, ਉੱਥੇ ਹਸਬੈਂਡ ਪੂਰਾ ਸਾਥ ਦਿੰਦਾ ਹੈ ਵਾਈਫ ਦਾ ਘਰ ਦੇ ਕੰਮਾਂ ਨੂੰ ਪੂਰਾ ਕਰਨ ਲਈ। ਸਿਰਫ ਤੇ ਸਿਰਫ ਸੋਚ ਦਾ। ਥੋੜੀ ਜੀ ਸੋਚ ਬਦਲਣ ਦੀ ਜ਼ਰੂਰਤ। ਹੁਣ ਅਸੀਂ ਗੀਤ ਸੰਗੀਤ ਕਰ ਲਈਏ ਔਰ ਗੀਤ ਸੰਗੀਤ ਤੋਂ ਜ਼ਰੂਰ ਬਾਅਦ ਜੀ, ਵਿਆਹ ਵਾਲੇ ਪਾਸੇ ਆਵਾਂਗੇ। ਜ਼ਰੂਰ ਜੀ, ਜ਼ਰੂਰ। ਦੁਨੀਆ ਦੇ ਵਿੱਚ ਪੰਜਾਬ ਦਾ ਅੱਜ ਸਿਖਰੀ ਚੜਿਆ ਨਾ, ਜਿੱਥੇ ਪੂਜੀ ਜਾਮਦੀ, ਜਿੱਥੇ ਪੂਜੀ ਜਾਮਦੀ, ਹੋਏ ਰੱਬ ਤੋਂ ਪਹਿਲਾਂ ਮਾਂ, ਸਭ ਦਾ ਮੁੜਕਾ ਠਾਰਦੀ, ਸਭ ਦਾ ਮੁੜਕਾ ਠਾਰਦੀ, ਜਿੱਥੇ ਸਭ ਦਾ ਮੁੜਕਾ ਠਾਰਦੀ, ਯਾਰੋ ਇੱਕ ਬੋੜ ਦੀ ਛਾਂ, ਜਿੱਥੇ ਪਰਾਉਣਾ ਆਉਣ ਤੋਂ, ਜਿੱਥੇ ਪਰਾਉਣਾ ਆਉਣ ਤੋਂ ਆ ਕੇ ਪਹਿਲਾਂ ਦੱਸਣ ਕਾ, ਭਲਾ ਮੰਗੋ ਸਰਬੱਤ ਦਾ, ਭਲਾ ਮੰਗੋ ਸਰਬੱਤ ਦਾ, ਸਾਨੂੰ ਦਿੱਤੀ ਮੱਤ ਗੁਰਾਂ। Gama gare da ni re sa ni re ga ga ma pa ma pa pa ni re ga 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 de ga ma ga pa 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 ma ga re sa re ma ma pa de pa da ni da pa ma ga ma pa da pa ma ga re da ni da ga ਬੰਬਲ ਬੱਟੇ ਖੇਸ ਦੇ ਮੇਰੀ ਦਾਦੀ ਐ ਨਿਕਲਾ, ਮੱਤ ਦੇਵੇ ਮਾਂ ਧੀ ਨੂੰ ਅੱਜ ਲੱਗੀ ਕਰਨ ਵਿਆਹ, ਸਿਰ ਪੜੋਸ ਕੇ ਨਾਨੀਆਂ, ਸਿਰ ਪੜੋਸ ਕੇ ਨਾਨੀਆਂ, ਝੱਟ ਰੁੱਸੇ ਲੈਣ ਮਨਾ, ਸਾਰੇ ਰੇ ਗਾ ਰੇ ਰੇ ਦਾ ਨੀ ਦਾ ਨੀ ਦਾ, ਸਾਰੇ ਗਾ ਰੇ ਸਾ ਨੀ ਦਾ ਨੀ ਦਾ ਨੀ ਦਾ ਨੀ ਮਾ ਮਾ ਦਾ ਦਾ ਨੀ ਨੀ ਦਾ ਦਾ ਰੇ ਰੇ ਗਾ ਗੇ ਰੇ ਦਾ ਨੀ ਨੀ ਦਾ ਮਾ ਦਾ ਦਾ ਨੀ ਨੀ ਦਾ ਨੀ ਗਾ ਗੇ ਰੇ ਦਾ ਰੇ ਦਾ ਰੇ ਦਾ ਰੇ ਦਾ ਦਾ ਰੇ ਦਾ ਰੇ ਦਾ ਰੇ ਦਾ ਦਾ ਰੇ ਦਾ ਰੇ ਦਾ ਰੇ ਦਾ ਸਾ 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 ਸਾ, da ni da re da ni da ma ma da ni da re da sa 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 sa, da ni ni da ni ni da ni ni sa da 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 sa da 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 sa da 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 sa 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 sa, da re da da re da ga re da ni da sa da ni da re da ni da ni da re da sa re da ni da re da ni da ni da re da sa da ni da re da ni da ni da re sa, ਦੁਨੀਆ ਦੇ ਵਿੱਚ ਪੰਜਾਬ ਦਾ ਸਾਰੇ ਕਾ ਰੇ ਕਾ ਮਾ ਕਾ ਮਾ ਪਾ ਮਾ ਪਾ ਦਾ ਪਤਾ ਨਹੀਂ ਕਰ ਦੇ ਨਹੀਂ ਦਰ ਨਹੀਂ ਦਰ ਨਹੀਂ ਦਰ ਲੋ ਬੰਦਾ ਦਰ ਲੋ ਬੰਦਾ ਦਰ ਲੋ ਬੰਦਾ। नवकल्पना नवरूप से रचना रची जब नार की, सत्यम शिवम सुंदरम से शोभा बढ़ी संसार की। औरत ਦਾ ਮਾਨ ਸਨਮਾਨ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਤੇ ਸੇਧ ਦੇ ਰਹੇ ਨੇ ਡਾਕਟਰ ਅਜੇ ਸਰੀਨ, ਪ੍ਰਿੰਸੀਪਲ ਹੰਸਰਾਜ ਮਹਿਲਾ ਮਹਾਵਿਦਿਆਲਿਆ। ਯੂਨਾਈਟਿਡ ਨੇਸ਼ਨਸ ਨੇ ਕਿਹਾ ਹੈ ਕਿ ਹਰ ਦੇਸ਼ ਦੇ ਆਪਣੇ ਰੀਤੀ ਰਿਵਾਜ ਨੇ, ਆਪਣਾ ਸੱਭਿਆਚਾਰ ਹੈ, ਸੋਚ ਹੈ, ਨਜ਼ਰੀਆ ਹੈ, ਉਹਦੇ ਮੁਤਾਬਿਕ ਬਦਲਾਅ ਵੀ ਆ ਰਹੇ ਨੇ। ਚੰਗੀ ਗੱਲ ਹੈ ਕਿ ਪੁਰਾਣੀਆਂ ਕੁਰੀਤੀਆਂ ਨੂੰ ਅਸੀਂ ਛੱਡ ਕੇ ਨਵੇਂ ਰੀਤੀ ਰਾਜ ਅਪਣਾ ਰਹੇ ਹਾਂ, ਨਵੀਂ ਸੋਚ ਅਪਣਾ ਰਹੇ ਹਾਂ। ਵਿਆਹ ਦੀ ਗੱਲ ਕਰਦੇ ਹਾਂ, ਹੁਣ ਨਵਾਂ ਜੀਵਨ ਸ਼ੁਰੂ ਹੁੰਦਾ, ਉਸ ਤੋਂ ਬਾਅਦ ਔਰਤ ਦਾ ਔਰ ਮਰਦ ਦਾ ਵੀ। ਤਾਂ ਇਸ ਨਵੇਂ ਜੀਵਨ ਦੇ ਵਾਸਤੇ ਕੀ ਸੇਧ ਹੋਣੀ ਚਾਹੀਦੀ ਹੈ ਇੱਕ ਦੂਜੇ ਦਾ ਮਾਨ ਸਨਮਾਨ ਕਰਨ ਦੀ? ਬਹੁਤ ਅੱਛਾ ਸਵਾਲ ਹੈ। ਦੇਖੋ, ਅੱਜ ਵੀ ਸਾਡਾ ਸਮਾਜ ਇਹੋ ਜਿਹੇ ਮੋੜ ਦੇ ਉੱਤੇ ਖੜਿਆ ਹੈ ਜਿੱਥੇ ਕਿ ਔਰਤ ਲਈ
ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਬਦਲਾਅ ਉਹਦੇ ਜੀਵਨ 'ਚ ਆਉਂਦਾ ਹੈ ਔਰ ਉਹਦੇ ਤੋਂ ਐਕਸਪੈਕਟ ਵੀ ਕੀਤਾ ਜਾਂਦਾ ਹੈ ਕਿ ਉਹ ਰਾਤੋਂ ਰਾਤ ਕੁਝ ਦਿਨਾਂ ਦੇ ਵਿੱਚ ਹੀ ਆਪਣੀ ਪਰਸਨੈਲਿਟੀ ਆਪਣੇ ਪੂਰੇ ਜੀਵਨ ਦੇ ਵਿੱਚ ਇੱਕ ਚੇਂਜ ਲੈ ਆਏ ਔਰ ਉਹ ਆਪਣੇ ਆਪ ਨੂੰ ਸੂਟੇਬਲ ਬਣਾ ਲਏ ਆਪਣੇ ਨਵੇਂ ਪਰਿਵਾਰ ਲਈ। ਜੀ ਮੈਂ ਅਕਸਰ ਕਿਹਾ ਕਰਦੀ ਹਾਂ ਪਰਮਵੀਰ ਜੀ ਕਿ ਜਦੋਂ ਅਸੀਂ ਇੱਕ ਪੌਦਾ ਵੀ ਇੱਕ ਜਗ੍ਹਾ ਤੋਂ ਉਖਾੜ ਕੇ ਦੂਸਰੀ ਜਗ੍ਹਾ ਲਗਾਉਂਦੇ ਆ ਤਾਂ ਉਹਨੂੰ ਉਹਦੀਆਂ ਜੜ੍ਹਾਂ ਪਕੜਨ ਲਈ ਥੋੜਾ ਜਿਹਾ ਸਮੇਂ ਸਮਾਂ ਲੱਗਦਾ ਚਾਹੀਦਾ। ਸੋ ਉਹੀ ਸਮੇਂ ਸਾਨੂੰ ਉਸ ਲੜਕੀ ਨੂੰ ਵੀ ਜ਼ਰੂਰ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਨਵੇਂ এনवायरमेंट ਦੇ ਅਨੁਸਾਰ ਢਾਲਣ ਲਈ। ਜੀ ਔਰ ਜਦੋਂ ਅਸੀਂ ਉਸ ਪੌਦੇ ਦੀ ਗੱਲ ਕਰਦੇ ਹਾਂ ਤਾਂ ਸਿਰਫ ਉਸ ਪੌਦੇ ਨੇ ਹੀ ਜੜ੍ਹਾਂ ਨਹੀਂ ਪਕੜਨੀਆਂ ਹੁੰਦੀਆਂ, ਜਿਹੜੇ ਲੋਕ ਉਹਦੀ ਦੇਖ ਰੇਖ ਕਰ ਰਹੇ ਨੇ ਉਹਨਾਂ ਨੇ ਵੀ ਉਸ ਪੌਦੇ ਦੀਆਂ ਜ਼ਰੂਰਤਾਂ ਨੂੰ ਸਮਝਣਾ ਹੁੰਦਾ। ਜੀ ਉਹਦੇ ਅਨੁਰੂਪ ਹੀ ਉਹਨਾਂ ਨੇ ਉਹਨੂੰ ਖਾਦ ਪਾਣੀ ਹੈ, ਪਾਣੀ ਦੇਣਾ ਹੈ, ਜੇ ਉਹਦੇ ਵਿੱਚ ਕੋਈ ਉਹਨਾਂ ਨੇ ਦਵਾਈ ਪਾਣੀ ਹੈ ਤਾਂ ਉਹ ਕਰਨਾ ਹੈ। ਸੋ ਇਸੇ ਤਰ੍ਹਾਂ ਦੀ ਉਮੀਦ ਜਿਹੜੀ ਹੈ ਉਹ ਸਾਡੇ ਨਵੇਂ ਪਰਿਵਾਰ ਵੱਲੋਂ ਵੀ ਸੋਚੀ ਜਾਣੀ ਚਾਹੀਦੀ ਹੈ ਕਿ ਇਹ ਜਿਹੜਾ ਬੱਚਾ ਸਾਡੇ ਪਰਿਵਾਰ ਦੇ ਵਿੱਚ ਆਇਆ ਹੈ ਇਹਦੀਆਂ ਕੀ ਉਮੀਦਾਂ ਨੇ, ਇਹਦੀਆਂ ਕੀ ਜ਼ਰੂਰਤਾਂ ਨੇ ਤੇ ਕਿਆ ਅਸੀਂ ਉਹਨਾਂ ਜ਼ਰੂਰਤਾਂ ਦੇ ਅਨੁਰੂਪ ਆਪਣੇ ਆਪ ਨੂੰ ਵੀ ਢਾਲ ਰਹੇ ਹਾਂ। ਥੋੜਾ ਬਹੁਤ ਚੇਂਜ ਕਰ ਰਹੇ ਹਾਂ। ਰੀਝਾਂ ਹੁੰਦੀਆਂ ਨੇ ਅੰਦਰ। ਐਗਜ਼ੈਕਟਲੀ ਔਰ ਸਾਡਾ ਤਾਂ ਸਮਾਜ ਹੀ ਇਹੋ ਜਿਹਾ ਹੈ ਕਿ ਜੇ ਤੁਸੀਂ ਸਾਰੀਆਂ ਵਿਆਹ ਦੀਆਂ ਰਸਮਾਂ ਨੂੰ ਦੇਖੋ ਤਾਂ ਬਹੁਤ ਰੀਝਾਂ ਦੇ ਨਾਲ ਅਸੀਂ ਇੱਕ ਬੱਚਾ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ, ਬਿਲਕੁਲ ਸਹੀ ਬਹੁਤ ਮੰਨਤਾਂ ਦੇ ਨਾਲ ਲੈ ਕੇ ਆਉਂਦੇ ਹਾਂ। ਅੱਜ ਸਮਾਜ ਦਾ ਜੋ ਸਟੇਟਸ ਹੈ, ਜੋ ਅੱਜ ਜਿਹੜੇ ਦੌਰ ਤੋਂ ਅਸੀਂ ਨਿਕਲ ਰਹੇ ਹਾਂ, ਬਹੁਤ ਪੋਜ਼ਿਟਿਵ ਚੇਂਜਸ ਆਈਆਂ ਨੇ। ਮਦਰ ਇਨ ਲਾਜ਼ ਇਹ ਸੋਚ ਰਹੀਆਂ ਨੇ ਕਿ ਮੈਂ ਇੱਕ ਨੂੰਹ ਨਹੀਂ ਲਿਆ ਰਹੀ, ਮੈਂ ਇੱਕ ਦੋਸਤ, ਇੱਕ ਸਹੇਲੀ, ਇੱਕ ਕੰਪੈਨੀਅਨ ਲੈ ਕੇ ਆ ਰਹੀ ਹਾਂ, ਜਿਹੜੀ ਕਿ ਅੱਜ ਦੇ ਸਮਾਜ 'ਚ ਬਹੁਤ ਪੋਜ਼ਿਟਿਵ ਚੇਂਜ ਹੈ। ਮਾਨ ਸਨਮਾਨ ਦੀ ਜਦੋਂ ਅਸੀਂ ਗੱਲ ਕਰਾਂਗੇ ਤਾਂ ਉਹ ਪਹਿਲਾਂ ਆਪਸ ਦੇ ਮਾਨ ਸਨਮਾਨ ਤੋਂ ਸ਼ੁਰੂ ਹੋਏਗੀ। ਆਦਮੀ ਨੂੰ ਇਹ ਸਮਝਣਾ ਪਏਗਾ ਕਿ ਮੈਂ ਜਿਹਨੂੰ ਵਿਆਹ ਕੇ ਲਿਆ ਰਿਹਾ ਹਾਂ ਉਹਦੀ ਵੀ ਆਪਣੀ ਇੱਕ ਕੰਪਲੀਟ ਆਈਡੈਂਟੀਟੀ ਹੈ। ਜੀ ਉਹ ਸਿਰਫ ਮੈਨੂੰ ਹਾਂਜੀ ਕਹਿਣ ਲਈ ਨਹੀਂ ਆ ਰਹੀ ਹੈ, ਉਹਦੀ ਇੱਕ ਆਪਣੀ ਸੋਚ ਹੈ, ਉਹਦੀ ਇੱਕ ਕੰਪਲੀਟ ਆਈਡੈਂਟੀਟੀ ਹੈ ਔਰ ਮੈਨੂੰ ਉਹਦੀ ਆਈਡੈਂਟੀਟੀ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ। ਜਦੋਂ ਦੋਨਾਂ ਦੇ ਵਿੱਚ ਇੱਕ ਮਾਨ ਸਨਮਾਨ ਦੀ ਭਾਵਨਾ ਹੋਏਗੀ ਤਾਂ ਯਕੀਨ ਮੰਨੋ ਕਿ ਘਰ ਦੇ ਬਾਕੀ ਲੋਕ, ਚਾਹੇ ਉਹ ਮਦਰ ਇਨ ਲਾਅ ਹੈ, ਚਾਹੇ ਉਹ ਫਾਦਰ ਇਨ ਲਾਅ ਹੈ, ਚਾਹੇ ਦੇਵਰ ਹੈ, ਚਾਹੇ ਕੁਝ ਵੀ ਹੈ, ਚਾਹੇ ਸਿਸਟਰ ਇਨ ਲਾਅ ਹੈ, ਉਹ ਵੀ ਉਹਦਾ ਓਨਾ ਹੀ ਮਾਨ ਸਨਮਾਨ ਕਰਨਗੇ। ਜੀ ਅੱਜ ਦੀ ਜਿਹੜੀ ਲੜਕੀ ਹੈ ਉਹ ਇਸ ਗੱਲ ਲਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਤਿਆਰ ਕਰਕੇ ਆਂਦੀ ਹੈ। ਤੁਸੀਂ ਦੇਖਿਆ ਹੈ ਕਿ ਅੱਜ ਜਿਹੜੀਆਂ ਲੜਕੀਆਂ ਪੜ੍ਹ ਰਹੀਆਂ ਨੇ ਉਹ ਪੜ੍ਹਨ ਤੋਂ ਬਾਅਦ ਔਰ ਸ਼ਾਦੀ ਤੋਂ ਪਹਿਲਾਂ ਸਮਾਜ ਦੇ ਵਿੱਚ ਫਿਨਿਸ਼ਿੰਗ ਸਕੂਲਸ ਚੱਲ ਰਹੇ ਨੇ, ਜਿਹਦੇ ਵਿੱਚ ਇਹੋ ਜਿਹੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਸੰਬੰਧਾਂ ਨੂੰ ਅਸੀਂ ਕਿਸ ਤਰ੍ਹਾਂ ਜੋੜਨਾ ਹੈ। ਆਫਟਰ ਮੈਰਿਜ ਤੁਹਾਡੇ ਉੱਤੇ ਕੀ ਰਿਸਪੌਂਸਿਬਿਲਿਟੀਜ਼ ਆਉਣ ਵਾਲੀਆਂ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਪੂਰਾ ਕਰਨਾ ਹੈ। ਔਰ ਬਹੁਤ ਅੱਛੀ ਗੱਲ ਹੈ ਕਿ ਇਹ ਫਿਨਿਸ਼ਿੰਗ ਸਕੂਲਸ ਜਿਹੜੇ ਹੈ ਉਹ ਸਿਰਫ ਲੜਕੀਆਂ ਲਈ ਨਹੀਂ ਚੱਲ ਰਹੇ ਜੀ। ਇਹੋ ਜਿਹੀਆਂ ਸੰਸਥਾਵਾਂ, ਇਹੋ ਜਿਹੇ ਸ਼ਾਰਟ ਕੋਰਸਿਸ ਜਿਹੜੇ ਹੈ ਉਹ ਬॉयਜ਼ ਲਈ ਵੀ ਚੱਲ ਰਹੇ ਨੇ। ਔਰ ਲੜਕੇ ਜਿਹੜੇ ਹੈ ਬਹੁਤ ਅੱਛੀਆਂ ਪੋਜੀਸ਼ਨਸ ਤੇ ਹੋਣ ਦੇ ਬਾਵਜੂਦ ਵੀ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਪ੍ਰੀ ਮੈਰਿਜ ਕਾਉਂਸਲਿੰਗ ਸੈਸ਼ਨਸ, ਉਹਨਾਂ ਵੱਲ ਬੱਚਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਕਿਉਂਕਿ ਬੱਚੇ ਵੀ ਚਾਹੁੰਦੇ ਨੇ ਕਿ ਉਹ ਇੱਕ ਬਹੁਤ ਖੁਸ਼ਨੁਮਾ ਜੀਵਨ ਜਿਹੜਾ ਹੈ ਉਹ ਬਤੀਤ ਕਰਨ। ਸੋ ਮੇਰੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜੀ ਬੇਟੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਉਹਨੂੰ ਇੱਕ ਕੰਪਲੀਟ ਆਈਡੈਂਟੀਟੀ ਦੇ ਤੌਰ ਦੇ ਉੱਤੇ ਉਹਦਾ ਮਾਨ ਸਨਮਾਨ ਕਰੋ, ਉਹਦੀਆਂ ਵੀ ਇੱਛਾਵਾਂ ਦੇ ਬਾਰੇ ਸੋਚੋ, ਜ਼ਿੰਦਗੀ ਦੇ ਵਿੱਚ ਉਹਦੇ ਕੀ ਗੋਲਸ ਨੇ ਉਹਨਾਂ ਨੂੰ ਵੀ ਮੱਦੇ ਨਜ਼ਰ 'ਚ ਰੱਖਦੇ ਹੋਏ ਉਹਨੂੰ ਵੀ ਪੂਰਾ ਮੌਕਾ ਦਿਓ, ਜਿਸ ਤਰ੍ਹਾਂ ਉਹੀ ਮੌਕਾ ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਹਾਡੀ ਬੇਟੀ ਕਿਸੇ ਹੋਰ ਘਰ ਦੇ ਵਿੱਚ ਜਾਏ ਤਾਂ ਉਹਨੂੰ ਮਿਲੇ। ਜੀ ਤੁਸੀਂ ਰਿਸਪੌਂਸਿਬਿਲਿਟੀਜ਼ ਦੀ ਗੱਲ ਕੀਤੀ, ਹਮੇਸ਼ਾ ਜਿੱਦਾਂ ਹੁਣ ਆਪਾਂ ਬਚਪਨ ਦੀ ਵੀ ਗੱਲ ਕੀਤੀ ਸੀ, ਉਹਦੇ ਵਿੱਚ ਵੀ ਆਪਾਂ ਗੱਲ ਕੀਤੀ ਕਿ ਜ਼ਿੰਮੇਵਾਰੀਆਂ ਸਮਝਾਈ ਜਾਂਦੀਆਂ ਬਚਪਨ 'ਚ ਇੱਕ ਕੁੜੀ ਨੂੰ, ਵਿਆਹ ਤੋਂ ਬਾਅਦ ਵੀ ਉਹਦੀਆਂ ਜ਼ਿੰਮੇਵਾਰੀਆਂ ਸਮਝਾਈਆਂ ਜਾਂਦੀਆਂ, ਉਸਨੇ ਘਰ ਕਿੱਦਾਂ ਸੰਭਾਲਣਾ ਹੈ, ਉਹਨੇ ਰਿਸ਼ਤੇ ਕਿੱਦਾਂ ਬਣਾ ਕੇ ਰੱਖਣੇ ਆ। ਇੱਕ ਕਹਿ ਲਓ ਕਿ ਉਹਦਾ ਇੱਕ ਫਰਜ਼ ਉਹਨੂੰ ਦੱਸੇ ਜਾਂਦੇ ਆ ਕਿ ਤੇਰਾ ਫਰਜ਼ ਇਹ ਆ ਕਿ ਆਪਣੇ ਘਰ ਵਾਲੇ ਨੂੰ ਜਾਂ ਆਪਣੇ ਬੱਚੇ ਨੂੰ ਟਿਫਿਨ ਪੈਕ ਕਰਕੇ ਭੇਜਣਾ ਹੈ ਤੇ ਉਹਦੇ ਹੱਕਾਂ ਬਾਰੇ ਜਾਗਰੂਕ ਕਿੱਦਾਂ ਕੀਤਾ ਜਾਵੇ ਉਹਨੂੰ? ਅੱਜ ਦੀ ਔਰਤ ਬਹੁਤ ਜਾਗਰੂਕ ਹੈ ਆਪਣੇ ਹੱਕਾਂ ਬਾਰੇ, ਲੇਕਿਨ ਅਨਫੋਰਚੂਨੇਟਲੀ ਹਜੇ ਵੀ ਸਾਡੇ ਸਮਾਜ ਦਾ ਕੁਝ ਇੱਕ ਇਹੋ ਜਿਹਾ ਹਿੱਸਾ ਹੈ ਜਿੱਥੇ ਉਹਦੇ ਹੱਕ ਜਿਹੜੇ ਆ ਉਹਨੂੰ ਨਹੀਂ ਮਿਲਦੇ। ਜੀ ਫਿਰ ਗੱਲ ਘੁੰਮ ਫਿਰ ਕੇ ਉੱਥੇ ਹੀ ਆ ਜਾਏਗੀ ਜਿਹੜੀ ਸੰਜੀਵ ਜੀ ਨੇ ਗੱਲ ਕਹੀ ਸੀ ਕਿ ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ। ਜੀ ਇੱਕ ਔਰਤ ਜਿਹੜੀ ਹੈ ਸੱਚੇ ਅਰਥਾਂ ਦੇ ਵਿੱਚ ਐਮਪਾਵਰ ਤਾਂ ਹੀ ਹੋਏਗੀ ਜੇ ਸਾਰੇ ਸਮਾਜ ਦੀ ਸੋਚ ਬਦਲੇਗੀ। ਇੱਕ ਜ਼ਮਾਨਾ ਸੀ ਪਰਮਵੀਰ ਜੀ ਜਦੋਂ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਰੇਲਵੇ ਸਟੇਸ਼ਨ ਦੇ ਉੱਤੇ ਔਰਤਾਂ ਲਈ ਇੱਕ ਅਲੱਗ ਲਾਈਨ ਹੋਏ ਤੇ ਮਰਦਾਂ ਲਈ ਟਿਕਟਾਂ ਲੈਣ ਲਈ ਅਲੱਗ ਲਾਈਨ ਹੋਏ।
ਅੱਜ ਸਮੇਂ ਉਹ ਨਹੀਂ ਰਹਿ ਗਿਆ। ਅੱਜ ਸਾਨੂੰ ਇੱਕ ਕਾਮਨ ਲਾਈਨ ਦੀ ਜ਼ਰੂਰਤ ਹੈ, ਇਕੁਐਲਿਟੀ ਦੀ ਜ਼ਰੂਰਤ ਹੈ, ਬਸ਼ਰਤੇ ਉਸ ਕਾਮਨ ਲਾਈਨ ਦੇ ਵਿੱਚ ਖੜੇ ਹੋ ਕੇ ਔਰਤ ਦਾ ਮਾਨ ਸਨਮਾਨ ਔਰ ਸੇਫਟੀ ਜਿਹੜੀ ਹੈ ਉਹ ਇਨਸ਼ੋਰ ਕੀਤੀ ਜਾ ਸਕੇ। ਅੱਜ ਜ਼ਰੂਰਤ ਇਸ ਤਰ੍ਹਾਂ ਦੀ ਸੋਚ ਦੀ ਹੈ। ਹੁਣ ਉਹ ਸਮੇਂ ਨਹੀਂ ਰਿਹਾ ਕਿ ਜਦੋਂ ਅਸੀਂ ਕਹਿੰਦੇ ਸੀਗੇ ਕਿ ਔਰਤਾਂ ਨੂੰ ਇਹ ਸਾਈਡ ਦੇ ਉੱਤੇ ਇੱਕ ਐਕਸਟਰਾ ਕੁਝ ਪ੍ਰੀਫਰੈਂਸ਼ੀਅਲ ਟਰੀਟਮੈਂਟ ਦੇ ਦਿਓ ਜਾਂ ਕੁਝ ਹੈ। ਅੱਜ ਔਰਤ ਬਰਾਬਰੀ ਲਈ ਖੜੀ ਹੈ, ਅੱਜ ਹਰ ਫੀਲਡ ਦੇ ਵਿੱਚ। ਔਰ ਮੈਨੂੰ ਤਾਂ ਇਹ ਵੀ ਕੋਈ ਕਹਿਣ 'ਚ ਗੁਰੇਜ਼ ਨਹੀਂ ਹੈ, ਹਾਲਾਂਕਿ ਸੰਜੀਵ ਮੇਰੇ ਕੋਲ ਬੈਠੇ ਨੇ, ਕਿ ਔਰਤਾਂ ਨੇ ਕਈ ਖੇਤਰਾਂ ਦੇ ਵਿੱਚ ਮੇਲਸ ਕੋਲੋਂ ਵੀ ਅੱਗੇ ਵੱਧ ਕੇ ਆਪਣੀ ਕਾਬਲੀਅਤ ਜਿਹੜੀ ਹੈ ਉਹ ਦਿਖਾਈ ਹੈ। ਅਕਸਰ ਕਿਹਾ ਜਾਂਦਾ ਹੈ ਕਿ ਇੱਕ ਘਰ ਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਘਰ ਦੇ ਵਿੱਚ ਕੋਈ ਲੜਕੀ ਹੈ ਜਾਂ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉੱਥੇ ਕੋਈ ਇਹੋ ਜਿਹੀਆਂ ਡੈਕੋਰੇਸ਼ਨ ਹੋਈ ਹੁੰਦੀ ਆ ਜਾਂ ਕੁਛ ਹੈ। ਉਹਦੀ ਸਾਂਝ ਸੰਭਾਲ, ਉਹਦੇ ਐਸਥੈਟਿਕਸ ਤੋਂ ਇਹ ਚੀਜ਼ਾਂ ਪਤਾ ਚੱਲ ਜਾਂਦੀਆਂ। ਸਮਾਜ ਦੀ ਸੋਚ ਵਿੱਚ ਬਦਲਾਵ ਆਇਆ ਹੈ ਜ਼ਾਹਿਰ ਤੌਰ ਤੇ। ਪੁਰਾਣੀਆਂ ਫਿਲਮਾਂ ਅਸੀਂ ਦੇਖੀਏ ਤਾਂ ਉਹਦੇ 'ਚ ਕੋਈ ਸੀਨ ਹੁੰਦਾ ਸੀ ਤੇ ਇੱਕ ਹਸਬੈਂਡ ਆਪਣੀ ਵਾਈਫ ਨੂੰ ਪੁੱਛਦਾ, तुम्हारा क्या विचार है? ਉਹ ਕਹਿੰਦੀ ਸੀ, जैसा आप ठीक समझे। मतलब घर जाके भी तुसी इहियो सीन करना है कि जो मर्द कह रहा है उहियो सही है, ਉਹੀ ठीक है। ਉਹਦੇ ਨਾਲ ਇੱਕ ਵਰਡ ਹੋਰ ਹੁੰਦਾ ਸੀ, ਪਤੀ ਪਰਮੇਸ਼ਵਰ जैसा आपका विचार है। जैसा आपका विचार है। ਅੱਜ ਚੇਂਜ ਆਈ ਹੈ। ਘਰ ਦੇ ਵਿੱਚ ਵਿਆਹ ਤੋਂ ਬਾਅਦ ਜਦੋਂ ਸਹੁਰਾ ਪਰਿਵਾਰ ਸਾਰਾ ਹੈ, ਪਹਿਲੀ ਗੱਲ ਤਾਂ ਹੈ ਉਹ ਪਰਾਈ ਧੀ ਨਹੀਂ ਹੈ, ਉਹ ਬੇਟੀ ਹੈ ਪਰਿਵਾਰ ਦੀ। ਹੁਣ ਸਾਰੇ ਬੈਠ ਕੇ ਕੋਈ ਵੀ ਫੈਸਲਾ ਲੈਣ ਤਾਂ ਉਹਦਾ ਵੀ ਵਿੱਚ ਮਨ ਫਰੋਲਣਾ ਚਾਹੀਦਾ ਕਿ ਉਹਦਾ ਮਨ ਕੀ ਕਹਿੰਦਾ, ਉਹਦਾ ਕੀ ਡਿਸੀਜਨ ਹੈ। ਸ਼ੀ ਸ਼ੁੱਡ ਬੀ ਅ ਡਿਸੀਜਨ ਮੇਕਰ। ਯੈਸ, ਡੈਫੀਨੇਟਲੀ ਸ਼ੀ ਸ਼ੁੱਡ ਬੀ ਹੈ। ਤੁਸੀਂ ਇਸੇ ਗੱਲ ਨੂੰ ਦੇਖੋ, ਤੁਸੀਂ ਪੁਰਾਣੀਆਂ ਪਿਕਚਰਾਂ ਦੀ ਗੱਲ ਕੀਤੀ, ਮੈਂ ਰਿਐਲਿਟੀ ਦੀ ਗੱਲ ਕਰ ਰਹੀ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਘਰ ਦੇ ਵਿੱਚ ਕੋਈ ਖਾਸ ਮਸਲਾ ਡਿਸਕਸ ਹੁੰਦਾ ਸੀ ਤੇ ਨੂੰਹਾਂ ਨੂੰ ਜਿਹੜਾ ਹੈ ਉਹ ਦੂਜੇ ਕਮਰੇ 'ਚ ਭੇਜ ਦਿੱਤਾ ਜਾਂਦਾ ਸੀ। ਉਹ ਮਸਲਾ ਕੌਣ ਡਿਸਕਸ ਕਰਦਾ ਸੀ? ਉਹ ਫਾਦਰ ਇਨ ਲਾਅ ਜਾਂ ਬੇਟੇ ਬੈਠ ਕੇ ਡਿਸਕਸ ਕਰ ਲੈਂਦੇ ਸੀ। ਔਰ ਇਹੀ, ਮੈਂ ਨਹੀਂ ਕਹਿੰਦੀ ਕਿ ਸਿਰਫ ਨੂੰਹ ਨੂੰ ਭੇਜਿਆ ਜਾਂਦਾ ਸੀ, ਮਦਰ ਨੂੰ ਵੀ ਜਿਹੜਾ ਦੂਜੇ ਕਮਰੇ 'ਚ ਭੇਜ ਦਿੱਤਾ ਜਾਂਦਾ ਸੀ। ਪਰ ਅੱਜ ਸਮਾਜ ਦੇ ਵਿੱਚ ਬਹੁਤ ਬਦਲਾਵ ਆਇਆ। ਅੱਜ ਜਦੋਂ ਵੀ ਅਸੀਂ ਇਹੋ ਜਿਹੀ ਕੋਈ ਡਿਸਕਸ਼ਨ ਕਰਦੇ ਹਾਂ ਤੇ ਉਹਦੇ ਵਿੱਚ ਮਦਰ ਇਨ ਲਾਅ ਵੀ, ਉਹਦੇ ਵਿੱਚ ਨੂੰਹ ਦੀ ਵੀ ਰਾਏ ਜਾਣੀ ਜਾਂਦੀ ਹੈ। ਔਰ ਉਸ ਨੂੰ ਸਿਰਫ ਜਾਣੀ ਨਹੀਂ ਜਾਂਦੀ, ਬਹੁਤ ਸਾਰੇ ਬਿਜ਼ਨਸ ਹਾਊਸਿਸ ਤੁਸੀਂ ਦੇਖੋਗੇ ਜਾਂ ਬਿਜ਼ਨਸ ਐਸਟੈਬਲਿਸ਼ਮੈਂਟਸ ਦੇਖੋਗੇ ਜਿੱਥੇ ਉਹਦੀ ਰਾਏ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ। ਉਹਦੀ ਰਾਏ ਦੇ ਹਿਸਾਬ ਨਾਲ ਚੱਲਦੇ ਹੋਏ ਬਿਜ਼ਨਸ ਚਲਾਏ ਜਾਂਦੇ ਨੇ ਔਰ ਸਾਰਾ ਕੁਝ ਕੀਤਾ ਜਾਂਦਾ ਹੈ। ਸੋ ਇਹ ਬਦਲਾਵ ਬਹੁਤ ਅੱਛਾ ਹੈ, ਲੇਕਿਨ ਇਹ ਬਿਲਕੁਲ ਇੱਕ ਲਿਮਿਟਡ ਸੈਕਸ਼ਨ ਦੇ ਵਿੱਚ ਆਇਆ ਹੈ। ਹਜੇ ਇਸ ਬਦਲਾਵ ਦੀ ਗਤੀ ਜਿਹੜੀ ਹੈ ਉਹ ਹੋਰ ਤੇਜ਼ ਹੋਣੀ ਜ਼ਰੂਰੀ ਹੈ। ਪਰ ਮੈਨੂੰ ਪੂਰੀ ਉਮੀਦ ਹੈ ਕਿ ਗਿਲਾਸ ਜਿਹੜਾ ਹੈ ਉਹ ਅੱਧਾ ਭਰਿਆ ਹੋਇਆ ਹੈ, ਖਾਲੀ ਨਹੀਂ ਹੈ। ਖਾਲੀ ਨਹੀਂ ਹੈ। ਇੱਕ ਬੜੇ ਆਪਟਿਮਿਸਟਿਕ ਵਿਊ ਦੇ ਨਾਲ ਅਸੀਂ ਇਹ ਸੋਚ ਰਹੇ ਹਾਂ ਕਿ ਆਉਣ ਵਾਲੇ 5 7 10 ਸਾਲ ਦੀ ਗੱਲ ਹੈ, ਇਹ ਬਦਲਾਅ ਬਹੁਤ ਤੇਜ਼ੀ ਨਾਲ ਆਏਗਾ ਔਰ ਅਸੀਂ ਜਿਹੜੀ ਇਕੁਐਲਿਟੀ ਦੀ ਗੱਲ ਕੀਤੀ ਹੈ ਉਹ ਜ਼ਰੂਰ ਤੇ ਜ਼ਰੂਰ ਸਾਡੇ ਸਮਾਜ ਦੇ ਵਿੱਚ ਆਏਗੀ। ਸੰਜੀਵ ਜੀ ਦੀ ਗੱਲ ਦੇ ਨਾਲ ਇੱਕ ਹੋਰ ਗੱਲ ਜੁੜਦੀ ਹੈ। ਜਿਹੜਾ ਇੱਕ ਮਰਦ ਪ੍ਰਧਾਨ ਸਮਾਜ ਹੈ ਸਾਡਾ, ਉਹਦੇ ਵਿੱਚ ਇੱਕ ਹਸਬੈਂਡ ਜਿਹੜਾ ਆ ਉਹ ਹਮੇਸ਼ਾ ਚਾਹੁੰਦਾ ਹੈ ਕਿ ਜਿਹੜੀ ਵਾਈਫ ਹੈ ਉਹ ਮੇਰੇ ਕੰਟਰੋਲ 'ਚ ਰਹੇ। ਉਹਦਾ ਆਣਾ ਜਾਣਾ, ਉਹਦਾ ਉੱਠਣਾ ਬੈਠਣਾ, ਉਹਦਾ ਕੁਝ ਵੀ ਆ ਪਹਿਨਣਾ, ਉਹ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਰੋਕ ਟੋਕ ਕਰਦਾ ਹੈ। ਪਰ ਫਿਰ ਵੀ ਉਹਨੂੰ ਕਹਿੰਦਾ ਹੈ ਤੂੰ ਆਪਣੀ ਮਰਜ਼ੀ ਨਾਲ ਹੀ ਜੀ ਰਹੀ। ਇਹ ਵੀ ਰੋਕ ਟੋਕ ਜਿਹੜੀ ਹੈ ਹੁਣ ਕਾਫੀ ਹੱਦ ਤੱਕ ਘੱਟ ਹੋ ਚੁੱਕੀ ਹੈ। ਇਟ ਇਜ਼ ਬੇਸਿਕਲੀ ਕਿ ਉਹਨੂੰ ਸੂਟ ਕੀ ਕਰ ਰਿਹਾ। ਕਈ ਵਾਰੀ ਮੇਰੇ ਖਿਆਲ ਹੈ ਕਿ ਦੋ ਔਰਤਾਂ ਆਪਸ ਦੇ ਵਿੱਚ ਜੇ ਇੱਕ ਦੂਸਰੇ ਨੂੰ ਕਹਿ ਦੇਣ ਕਿ ਤੁਹਾਨੂੰ ਇਹ ਸੂਟ ਬਹੁਤ ਅੱਛਾ ਲੱਗ ਰਿਹਾ ਹੈ, ਤੁਹਾਨੂੰ ਇਹ ਸਾੜੀ ਬਹੁਤ ਅੱਛੀ ਲੱਗ ਰਹੀ ਹੈ, ਤੇ ਅਸੀਂ ਇਸ ਗੱਲ ਨੂੰ ਮਾਈਂਡ ਨਹੀਂ ਕਰਦੇ। ਲੇਕਿਨ ਜਦੋਂ ਇਹੀ ਗੱਲ ਸੰਜੀਵ ਜੀ ਕਹਿ ਦੇਣ ਤੇ ਅਸੀਂ ਉਹਨੂੰ ਮਾਈਂਡ ਕਰ ਲੈਂਦੇ ਹਾਂ। ਸਾਨੂੰ ਲੱਗਦਾ, ਮੈਨੂੰ ਲੱਗਦਾ ਕਿ ਸਾਨੂੰ ਆਪਣਾ ਵੀ ਮਾਈਂਡ ਸੈਟ ਚੇਂਜ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਬਾਹਰ ਜਾ ਰਹੇ ਹਾਂ ਤੇ ਅਸੀਂ ਆਪਣੇ ਹਸਬੈਂਡ ਨੂੰ ਕਹਿ ਦਿੰਦੇ ਹਾਂ ਨਾ ਕਿ ਤੁਹਾਨੂੰ ਇਹ ਸ਼ਰਟ ਜਿਹੜੀ ਹੈ ਇਹਦੇ ਨਾਲ ਮੈਚ ਨਹੀਂ ਕਰ ਰਹੀ, ਉਹ ਉਸ ਵੇਲੇ ਮਾਈਂਡ ਨਹੀਂ ਕਰਦੇ। ਉਹ ਉਸ ਵੇਲੇ ਉਹਨੂੰ ਇਸ ਤਰੀਕੇ ਨਾਲ ਲੈ ਕੇ ਚੱਲਦੇ ਆ ਕਿ ਅਸੀਂ ਇੱਕ ਬਾਹਰ ਜਾ ਰਹੇ ਹਾਂ ਐਂਡ ਵੀ ਸ਼ੁੱਡ ਬੀ ਡਰੈਸਡ ਪ੍ਰੋਪਰਲੀ। ਸੋ ਜੇ ਇਹੋ ਜਿਹਾ ਸਵਾਲ ਜਾਂ ਇਹੋ ਜਿਹਾ ਸੁਝਾਵ ਹਸਬੈਂਡ ਵੱਲੋਂ ਵੀ ਆ ਜਾਂਦਾ ਹੈ ਤੇ ਆਈ ਥਿੰਕ ਲੇਡੀਜ਼ ਨੂੰ ਵੀ ਇਹਨੂੰ ਬੜੇ ਪੋਜ਼ਿਟਿਵ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿ ਹਾਂ ਜੀ ਮੈਨੂੰ ਇਸ ਚੀਜ਼ ਸੂਟ ਕਰ ਰਹੀ ਹੈ, ਜਾਂ ਮੈਂ ਓਕੇਜ਼ਨ ਦੇ ਹਿਸਾਬ ਨਾਲ ਡਰੈਸਡ ਹਾਂ ਜਾਂ ਓਵਰ ਡਰੈਸਡ ਹਾਂ, ਤਾਂ ਮੈਨੂੰ ਉਹ ਚੀਜ਼ ਜਿਹੜੀ ਹੈ ਉਹ ਚੇਂਜ ਕਰ ਲੈਣੀ ਚਾਹੀਦੀ ਹੈ। ਜੀ ਸੋ ਅੱਜ ਜਿਹੜਾ ਕਹਿੰਦੇ ਨੇ ਨਾ ਕਿ ਔਰਤ ਤੇ ਮਰਦ ਬਰਾਬਰ ਨੇ, ਗੱਲ ਉਸ ਤੋਂ ਅੱਗੇ ਵੱਧ ਗਈ ਹੈ। ਕਹਿੰਦੇ ਬਰਾਬਰ ਤੇ ਕੁਦਰਤੀ ਰੂਪ ਦੇ ਵਿੱਚ ਹੈ ਹੀ ਨੇ। ਬਿਲਕੁਲ, ਤੇ ਸਾਡਾ ਸੰਵਿਧਾਨ ਵੀ ਕਹਿੰਦਾ ਦੋਵੇਂ ਬਰਾਬਰ ਨੇ। ਹੁਣ ਗੱਲ ਇਹ ਕਰੋ ਕਿ ਔਰਤ ਯੂਨੀਕ ਹੈ, ਆਪਣੇ ਆਪ ਵਿੱਚ ਇੱਕ ਪਰਸਨੈਲਿਟੀ ਹੈ, ਉਹਦੀ ਇੱਜ਼ਤ ਕਰੋ। ਔਰ ਮੈਂ ਤਾਂ ਇਹ ਕਹਾਂਗੀ ਕਿ ਔਰਤ ਦੇ ਵਿੱਚ ਕੁਝ ਇਹੋ ਜਿਹੇ ਗੁਣ ਨੇ, ਸੰਜੀਵ ਜੀ ਮੈਨੂੰ ਮਾਫ ਕਰਨਗੇ ਇਹ ਕਹਿਣ ਲਈ, ਕਿ ਵੀ ਜਿਹੜੇ ਮਰਦਾਂ ਤੋਂ ਕਈ ਬਿਹਤਰ ਨੇ। ਤੁਸੀਂ ਦੇਖੋ ਇੱਕ ਔਰਤ ਹੈ ਜਿਹੜੀ ਮਲਟੀਟਾਸਕਿੰਗ ਦੀ ਇੱਕ ਮਿਸਾਲ ਹੈ।
ਜੀ ਹਸਬੈਂਡ ਵਾਈਫ ਦੋਨੋਂ ਵਰਕਿੰਗ ਨੇ, ਘਰ ਆ ਕੇ ਰਿਸਪੌਂਸਿਬਿਲਿਟੀਜ਼ ਕਿਹਦੀਆਂ ਜ਼ਿਆਦਾ ਨੇ? ਔਰਤ ਦੀਆਂ, ਔਰ ਉਹ ਖੁਸ਼ੀ ਉਹਨਾਂ ਨੂੰ ਪੂਰਾ ਕਰ ਰਹੀ ਹੈ, ਬਸ਼ਰਤੇ ਕਿ ਹਸਬੈਂਡ ਵੱਲੋਂ ਉਹਨੂੰ ਥੋੜੀ ਜਿਹੀ ਕੋਆਪਰੇਸ਼ਨ ਮਿਲ ਜਾਏ। ਕਿਸੇ ਵੀ ਸਟ੍ਰੈਸ ਲੈਵਲ ਨੂੰ ਹੈਂਡਲ ਕਰਨ ਲਈ ਉਹ ਮਰਦ ਨਾਲੋਂ ਜ਼ਿਆਦਾ ਕੈਪੇਬਲ ਹੈ। ਬੱਚਿਆਂ ਦੀ ਐਜੂਕੇਸ਼ਨ ਹੈ, ਬੱਚਿਆਂ ਨੂੰ ਪਾਲਣਾ ਹੈ, ਬੱਚਿਆਂ ਦੀ ਕੋਈ ਵੀ ਪ੍ਰੋਬਲਮ ਹੈ, ਉਹਨੂੰ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਹੈਂਡਲ ਕਰ ਲੈਂਦੀ ਹੈ। ਔਰ ਹੁਣ ਤਾਂ ਇਹ ਵੀ ਪ੍ਰੂਵ ਹੋ ਗਿਆ ਕਿ ਉਹ ਆਪਣੇ ਵਰਕਿੰਗ ਪਲੇਸ ਦੇ ਉੱਤੇ ਵੀ ਜਿਹੜੀ ਹੈ ਉਹ ਆਪਣੇ ਮਰਦ ਸਾਥੀ ਜਿਹੜੇ ਆ ਉਹਨਾਂ ਨੂੰ ਬਹੁਤ ਵਧੀਆ ਕੰਪੀਟੀਸ਼ਨ ਦੇ ਰਹੀ ਹੈ। ਔਰ ਬਹੁਤ ਸਾਰੇ ਕੰਸਰਨਸ ਦੇ ਵਿੱਚ ਸ਼ੀ ਇਜ਼ ਦ ਬੌਸ। ਕੋਈ ਏਰੀਆ ਇਹੋ ਜਿਹਾ ਨਹੀਂ ਹੈ, ਚਾਹੇ ਤੁਸੀਂ ਆਰਮੀ ਲੈ ਲਓ, ਚਾਹੇ ਤੁਸੀਂ ਜੁਡੀਸ਼ਰੀ ਲੈ ਲਓ, ਮੈਡੀਕਲ ਲੈ ਲਓ, ਐਜੂਕੇਸ਼ਨ ਲੈ ਲਓ, ਜਿੱਥੇ ਔਰਤ ਦਾ ਤੁਹਾਨੂੰ ਉਹਦੀ ਛਾਪ ਨਜ਼ਰ ਨਾ ਆਏਗੀ। ਰਾਦਰ ਕੁਝ ਏਰੀਆਸ ਇਹੋ ਜਿਹੇ ਹੋ ਗਏ ਜਿੱਥੇ ਉਹ ਡੋਮੀਨੈਂਟ ਕਰ ਰਹੀ ਹੈ, ਉਹਦਾ ਰੋਲ ਸਭ ਤੋਂ ਜ਼ਿਆਦਾ ਹੈ। ਜੀ ਬਿਲकुल, ਸਾਡੇ ਪੀਐਮ ਰਹਿ ਚੁੱਕੇ ਨੇ ਇੰਦਰਾ ਜੀ, ਸਾਡੇ ਪ੍ਰੈਜ਼ੀਡੈਂਟ ਪ੍ਰਤਿਭਾ ਜੀ मिसाल ने साढ़े सामने, मैडम और सीतारमन जी, और पुराने वक्त च देखिए ऋषि गार्गी जी जिन्हों ने वेदां दे विच अपने श्लोक दिते ने, पुराने वैद्य होइयां ने और शास्त्रार्थ करदियां रहियां ने। सो साडा हमेशा वही सिस्टम रहा है, विच किते आके ठल पई है इस चीज़ नूं, जो प्रगति जो उन्नति चलती रही है। अज फिर तो औरत बाहर आई है और अपने आप नूं साबित कर रही है। हुण असीं गल कर रहे हैं कि वो कमकाजी हो गई। सवेरे हसबैंड वाइफ दोवें तैयार हो रहे हैं, हसबैंड बच्चों को तैयार कर रहे हैं और टिफिन पैक कर रही है, ठीक है, मिल जुल के घर में संभाल रहे हैं। हुण शी इज़ अ गुड बॉस, तुसीं कहा है बहुत अच्छी बॉस साबित हुई है। हुण बाहर जदों आई तो हुण मर्दां दा नज़रिया, मर्दां दी सोच की कहती है, कित्थे खड़ी है औरत के प्रति? देखो, जदों औरत ने एक बॉस के तौर पर अपनी कमान संभाली तो कुछ साल का इहो जिहा विच पीरियड आया कि जदों ये बहुत मुश्किल सीगा मर्दां लई उहनूं एज बॉस एक्सैप्ट करना। लेकिन अज जिहड़ा समय है वो बिल्कुल डिफरेंट है। अज तुसी बैंक्स देख लो, पैरामैडिकल देख लो, मैडिकल देख लो, जुडिशरी देख लो, यू विल फाइंड कि औरत दी जिहड़ी पोजीशन है ਉਹਨੂੰ एक्सैप्ट कर लिता गया है। मंगल ग्रह ते जा रही है। यस, ਤੁਸੀਂ ਦੇਖਿਆ ਬਹੁਤ ਸਾਰੀਆਂ ਯੰਗ ਲੜਕੀਆਂ ਅੱਜ ਤੁਹਾਨੂੰ ਬਿਊਰੋਕਰੈਟਸ ਨਜ਼ਰ ਆਣਗੀਆਂ, ਡੀਸੀ ਐਸਟੀਐਮ ਨਜ਼ਰ ਆਣਗੀਆਂ, ਲੇਕਿਨ ਉਹਨਾਂ ਦੇ ਨੀਚੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਹੈ ਕਿ ਸਾਡੀ ਬੌਸ ਜਿਹੜੀ ਹੈ ਉਹ ਇੱਕ ਲੇਡੀ ਹੈ ਔਰ ਸਾਨੂੰ ਇਹਦੀਆਂ ਹਿਦਾਇਤਾਂ ਨੂੰ ਮੰਨ ਕੇ ਕੰਮ ਕਰਨਾ ਪਏਗਾ। ਹਾਲਾਂਕਿ ਪਿਛਲੇ ਜੇ 10 ਕੁ ਸਾਲ ਪਹਿਲਾਂ ਦੇਖੀਏ ਤੇ ਇਹ ਜਿਹੜੀ ਟ੍ਰਾਂਜੀਸ਼ਨ ਸੀ ਇਹ ਬੜੀ ਮੁਸ਼ਕਿਲ ਸੀ, लेकिन क्रेडिट गोज़ टू ऑल फीमेल्स कि उन्हें बड़ी पेशेंस, उन्हें बड़ी सहनशीलता रखी और अज उन्हें एक्सैप्ट करा लिया कि कैपेबिलिटी जिहड़ी है वो इस चीज़ की मोहताज नहीं है कि वो लेडी है या वो एक मेल है, बल्कि कैपेबिलिटी एक इंडिविजुअल दी आइडेंटिटी नू मार्क करते हुए है और इस चीज़ नू साडे समाज ने एक्सैप्ट कर लिया। जदों हुण असीं वर्क प्लेस से आ जाने आ, ਇੱਕ ਟਾਈਮ ਇਹੋ ਜਿਹਾ ਸੀਗਾ ਕਿ ਸਮਾਨ ਕੰਮ ਕਰਨ ਲਈ, ਇੱਕੋ ਜਿਹਾ ਕੰਮ ਕਰਨ ਲਈ ਔਰਤਾਂ ਨੂੰ ਵੇਜਸ ਘੱਟ ਮਿਲਦੀਆਂ ਸੀ ਤੇ ਮੇਲਸ ਨੂੰ ਜ਼ਿਆਦਾ ਮਿਲਦੀਆਂ ਸੀ। ਸਾਡੇ ਕਾਨੂੰਨ ਹੁਣ ਜਿਹੜੇ ਕਹਿ ਰਹੇ ਨੇ ਕਿ ਇੱਕ ਬਰਾਬਰ ਦੇ ਕੰਮ ਲਈ ਲੇਡੀਜ਼ ਨੂੰ ਔਰ ਮੇਲਸ ਨੂੰ ਬਰਾਬਰ ਵੇਜਸ ਦਿੱਤੀਆਂ ਜਾਣਗੀਆਂ। ਜਦੋਂ ਅਸੀਂ ਆਫਿਸਿਸ ਦੇ ਵਿੱਚ ਆ ਜਾਂਦੇ ਆ ਤਾਂ ਕਿਤੇ ਕਿਤੇ ਸਾਨੂੰ ਇਹੋ ਜਿਹੇ ਇੰਸਟੈਂਸ ਮਿਲਦੇ ਸੀਗੇ ਕਿ ਜੇ ਮੇਰਾ ਕੋਈ ਮੇਲ ਬੌਸ ਹੈ ਤਾਂ ਉਹ ਮੈਨੂੰ ਸੈਬੋਟੇਜ ਕਰ ਰਿਹਾ ਹੈ, ਉਹ ਮੈਨੂੰ ਹਿਊਮਿਲੇਟ ਕਰ ਰਿਹਾ ਹੈ, ਕਿਤੇ ਨਾ ਕਿਤੇ ਇਹੋ ਜਿਹੇ ਐਕਸਪਲੋਇਟੇਸ਼ਨ ਦੇ ਕੇਸਿਸ ਵੀ ਆ ਜਾਂਦੇ ਸੀ। ਲੇਕਿਨ ਇਸ ਗੱਲ ਦਾ ਸਿਹਰਾ ਜਿਹੜਾ ਹੈ ਉਹ ਸਰਕਾਰਾਂ ਦੇ ਉੱਤੇ ਜਾਏਗਾ ਜਿਨ੍ਹਾਂ ਨੇ ਇਹੋ ਜਿਹੇ ਸੈਲਸ ਕ੍ਰੀਏਟ ਕਰ ਦਿੱਤੇ ਕਿ ਕੋਈ ਵੀ ਔਰਤ ਆਪਣੀ ਆਈਡੈਂਟੀਟੀ ਨੂੰ ਡਿਸਕਲੋਜ਼ ਕੀਤੇ ਬਿਨਾ ਆਪਣਾ ਗ੍ਰੀਵੈਂਸ ਉੱਤੇ ਰਜਿਸਟਰ ਕਰ ਸਕਦੀ ਹੈ ਔਰ ਉਹਨਾਂ ਗ੍ਰੀਵੈਂਸਿਸ ਦੇ ਉੱਤੇ ਤੁਰੰਤ ਐਕਸ਼ਨ ਲਿੱਤਾ ਜਾਂਦਾ ਹੈ। So this is something very positive happening in the working sector. और अज औरत जिहड़ी है वो इस चीज़ नूं महसूस करती है कि इन्हां MNCs दे विच चाहे ਉਹਦੀਆਂ नाइट शिफ्ट्स ने कॉल सेंटर्स दे विच, चाहे ਉਹਦੇ लेट वर्किंग आवर्स ने, ਉਹ ਅੱਜ सेफ है, ਉਹ ਅੱਜ सिक्योर है। ਮੈਨੂੰ ਪਤਾ ਹੈ ਸੰਜੀਵ ਜੀ ਦੇ ਮਨ ਦੇ ਵਿੱਚ ਇੱਕ ਸਵਾਲ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਉਹ ਇਹ ਪੁੱਛਣ ਜਾ ਰਹੇ ਨੇ ਕਿ ਜੇ ਉਹ ਸਿਕਿਉਰ ਹੈ ਤਾਂ ਫਿਰ ਇਹੋ ਜਿਹੇ ਕੇਸਿਸ ਸਾਨੂੰ ਸਮਾਜ ਦੇ ਵਿੱਚ ਕਿਉਂ ਦੇਖਣ ਨੂੰ ਸੈਕਸ਼ੂਅਲ ਅਸੌਲਟਸ ਹੁੰਦੇ ਨੇ। ਫਿਰ ਘੁੰਮ ਕੇ ਗੱਲ ਉਸੇ ਬਿੰਦੂ ਤੇ ਆ ਜਾਂਦੀ ਹੈ ਕਿ ਸਾਨੂੰ ਆਪਣੀ ਸੋਚ ਬਦਲਣੀ ਬਿਲਕੁਲ ਸਹੀ ਹੈ। ਸਾਨੂੰ ਆਪਣੀ ਸੋਚ ਬਦਲਣੀ ਪਏਗੀ ਕਿ ਔਰਤ ਸਿਰਫ ਜਿਹੜੀ ਹੈ ਉਹ ਇੱਕ ਕਮੋਡਿਟੀ ਨਹੀਂ ਹੈ। ਜੇ ਅੱਜ ਉਹ ਕਿਸੇ ਚੀਜ਼ ਲਈ ਨਾ ਕਹਿ ਰਹੀ ਹੈ ਤੇ ਉਹਦਾ ਮਤਲਬ ਨਾ ਹੈ।
ਜੀ। ਸੋ ਸਾਨੂੰ ਅਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ। ਔਰ ਇਹ ਜਿਹੜੇ ਕੇਸਿਸ ਸੰਜੀਵ ਜੀ ਇੰਨੇ ਲਾਈਮਲਾਈਟ ਦੇ ਵਿੱਚ ਵੀ ਆ ਰਹੇ ਨੇ, ਮੈਂ ਤਾਂ ਇਹ ਕਹਾਂਗੀ ਕਿ ਇਹ ਵੀ ਵੂਮਨ ਐਮਪਾਵਰਮੈਂਟ ਦਾ ਇੱਕ ਹਿੱਸਾ ਹੈ ਕਿ ਅੱਜ ਜੇ ਉਹਦਾ ਕਿਤੇ ਸ਼ੋਸ਼ਣ ਹੋ ਰਿਹਾ ਹੈ ਤੇ ਉਹ ਉਹਨੂੰ ਲੁਕਾ ਕੇ ਨਹੀਂ ਰੱਖਣਾ ਚਾਹੁੰਦੀ, ਉਹ ਉਹਨੂੰ ਦੱਸਣਾ ਚਾਹੁੰਦੀ ਹੈ ਤਾਂ ਕਿ ਸਮਾਜ ਦੀਆਂ ਜਿਹੜੀਆਂ ਬਾਕੀ ਔਰਤਾਂ ਨੇ ਉਹਦੇ ਤੋਂ ਕੁਝ ਨਾ ਕੁਝ ਸਿੱਖਿਆ ਲੈ ਸਕਣ ਔਰ ਅਸੀਂ ਇਸ ਚੀਜ਼ ਨੂੰ ਰੋਕ ਸਕੀਏ। ਇਹਦੇ ਨਾਲ ਇੱਕ ਹੋਰ ਗੱਲ ਜੁੜਦੀ ਹੈ, ਅਸੀਂ ਕਿਸੇ ਮਰਦ ਨੂੰ ਕਹਿ ਦਿੰਦੇ ਆ ਜਿਹੜਾ ਕੋਈ ਕੰਮ ਕਾਰ ਨਹੀਂ ਕਰਦਾ, ਨਿਠੱਲਾ ਹੈ, ਉਹਨੂੰ ਕਹਿੰਦੇ ਤੂੰ ਕਿਸੇ ਕੰਮ ਦਾ ਨਹੀਂ, ਤੂੰ ਹੱਥਾਂ 'ਚ ਚੂੜੀਆਂ ਪਾ ਲਾ। ਇਹਨੂੰ ਕੀ ਕਹਿਣਾ? ਇਹ ਜਿਹੜੀਆਂ ਚੂੜੀਆਂ ਹੈ ਇਹ ਕਿਤੇ ਨਾ ਕਿਤੇ ਔਰਤ ਦੀ ਕਮਜ਼ੋਰੀ ਦਾ ਪ੍ਰਤੀਕ ਹੈ? ਨਹੀਂ, ਇਹ ਤਾਂ ਪੁਰਾਣੀਆਂ ਕਹਾਵਤਾਂ ਚੱਲੀਆਂ ਆ ਰਹੀਆਂ, ਅਸੀਂ ਕਹਿ ਪਰ ਅੱਜ ਵੀ ਸੁਣਨ ਨੂੰ ਮਿਲਦੀਆਂ। ਹਾਂ, ਤੂੰ ਹੱਥਾਂ 'ਚ ਚੂੜੀਆਂ ਪਾ ਲੈ, ਤੂੰ ਪੈਰਾਂ ਤੇ ਮਹਿੰਦੀ ਲਾਈ ਦੀ ਹੈ, ਤੂੰ ਇਹ ਕੀਤਾ ਦਾ। ਇਹ ਪੁਰਾਣੀਆਂ ਕਹਾਵਤਾਂ ਜਿਹੜੀਆਂ ਉਹ ਚੱਲੀਆਂ ਆ ਰਹੀਆਂ। ਤੇ ਤੁਸੀਂ ਚੂੜੀਆਂ ਦੀ ਗੱਲ ਕਰਦੇ ਹੋ ਤੇ ਜੇ ਅਸੀਂ ਆਪਣੇ ਇਤਿਹਾਸ ਨੂੰ ਫਰੋਲ ਕੇ ਦੇਖੀਏ ਤਾਂ ਮਰਦ ਵੀ ਕੜੇ ਪਾਉਂਦੇ ਰਹੇ ਨੇ ਜੀ, ਕੜੇ ਪਾਉਂਦੇ ਰਹੇ ਨੇ ਔਰ ਉਹ ਕੜੇ ਨੂੰ ਜਿਹੜਾ ਹੈ ਉਹ ਸ਼ਕਤੀ ਦਾ ਪ੍ਰਤੀਕ ਸਮਝਿਆ ਜਾਂਦਾ ਸੀਗਾ। ਸੋ ਇਹ ਤਾਂ ਮੈਨੂੰ ਲੱਗਦਾ ਹੈ ਕਿ ਪੁਰਾਣੀਆਂ ਚੀਜ਼ਾਂ ਕਿ ਔਰਤ ਨੇ ਮੰਗਲ ਸੂਤਰ ਪਾ ਲਿਆ ਜਾਂ ਚੂੜੀਆਂ ਪਾ ਲਈਆਂ ਜਾਂ ਕੁਝ ਕਰ ਲਿਆ, ਇਹ ਰਿਵਾਜ ਸਾਡੇ ਸਮਾਜ ਦੇ ਚੱਲੇ ਆ ਰਹੇ ਨੇ। ਮਰਦ ਵੀ ਕੜੇ ਪਾਉਂਦੇ ਰਹੇ ਨੇ, ਅੱਜ ਮਰਦ ਪੁਰਾਣੇ ਜ਼ਮਾਨੇ 'ਚ ਮੁਰਕੀਆਂ ਪਾਉਂਦੇ ਰਹੇ ਨੇ। ਸੋ ਇਸ ਕਰਕੇ ਇਹਦਾ ਤਾਂ ਕੋਈ ਮੈਨੂੰ ਇਸ ਤਰ੍ਹਾਂ ਦਾ ਰੈਲੇਵੈਂਸ ਨਹੀਂ। ਅੱਜ ਦਾ ਜ਼ਮਾਨਾ ਪਰਿਵਰਤਨਸ਼ੀਲ ਹੈ, ਪ੍ਰਗਤੀਸ਼ੀਲ ਹੈ। ਯੈਸ, ਮੰਗਲ ਗ੍ਰਹਿ ਤੇ ਜੋ ਜਾਣ ਜਾ ਰਿਹਾ ਹੈ ਉਹਦੇ ਵਿੱਚ ਵੀ ਲੜਕੀਆਂ ਨੇ ਜੋ ਉਹਦੀਆਂ ਮੈਂਬਰਸ ਨੇ ਟੀਮ ਦੀਆਂ। 107 ਸਾਲ ਦੇ ਪਦਮ ਸ਼੍ਰੀ ਸਾਲੂ ਮਾਰਦਾ ਅੰਮਾ ਕਰਨਾਟਕ ਦੇ, ਜੋ ਪਿਛਲੇ 65 ਸਾਲ ਤੋਂ ਪਲਾਂਟੇਸ਼ਨ ਕਰ ਰਹੇ ਨੇ, এনवायरमेंट ਨੂੰ ਦੇਖ ਰਹੇ ਨੇ, ਪਰਿਆਵਰਨ ਨੂੰ ਥਾਂ-ਥਾਂ ਤੇ ਬੂਟੇ ਲਗਾ ਰਹੇ ਨੇ, ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਹੈ। ਅਸੀਂ ਇੱਕ ਗੱਲ ਕਹਿੰਦੇ ਹਾਂ ਕਿ ਜਦੋਂ ਔਰਤ ਬਾਹਰ ਆ ਗਈ ਕੰਮ ਕਰਨ ਵਾਸਤੇ, ਬੌਸ ਬਣ ਗਈ ਜਾਂ ਕਿਤੇ ਕੰਮ ਕਰ ਰਹੀ ਹੈ, ਬੜੀ ਸੈਲਫ ਸੈਂਟਰਡ ਹੋ ਗਈ ਹੈ ਜੀ, ਬੜੀ ਈਗੋਇਸਟਿਕ ਹੋ ਗਈ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ। ਜਿਹੜੀ ਮਾਡਰਨ ਵੂਮਨ ਹੈ ਉਹਦਾ ਕਨਸੈਪਟ ਲੈ ਕੇ ਅਸੀਂ ਕਾਫੀ ਨੈਗੇਟਿਵ ਹੋ ਗਏ ਹਾਂ ਕਿ ਕਿਸੇ ਨੂੰ ਕੁਝ ਨਹੀਂ ਸਮਝਦੀ, ਕਿਸੇ ਨੂੰ ਇੱਜ਼ਤ ਨਹੀਂ ਦਿੰਦੀ, ਇਹਨੂੰ ਬੱਚਿਆਂ ਦੀ ਪਰਵਾਹ ਨਹੀਂ, ਇਹਨੂੰ ਫੈਮਿਲੀ ਦੀ ਪਰਵਾਹ ਨਹੀਂ, ਇਹਨੂੰ ਆਪਣੇ ਕੈਰੀਅਰ ਦੀ ਪਈ ਹੋਈ ਹੈ, ਇਹਨੂੰ ਆਪਣੇ ਆਪ ਦੀ ਪਈ ਹੋਈ ਹੈ। ਔਰ ਉਹ ਵੀ ਕਹਿੰਦੀ ਹੈ ਕਿ ਮਾਈ ਲਾਈਫ ਇਜ਼ ਅੰਡਰ ਕੰਸਟਰਕਸ਼ਨ, ਮੈਂ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਬਣਾ ਰਹੀ ਹਾਂ, ਨਵਾਂ ਰੂਪ ਦੇ ਰਹੀ ਹਾਂ। ਸੋ ਇਹ ਸੋਚ ਜੋ ਸਮਾਜ ਦੀ ਹੈ ਇੱਕ ਵਰਕਿੰਗ ਕਲਾਸ ਦੀ ਵੂਮਨ ਵਾਸਤੇ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਔਰਤ ਹੀ ਇੱਕ ਇਹੋ ਜਿਹੀ ਪਰਸਨ ਹੈ ਜਿਹੜੀ ਮਲਟੀਟਾਸਕਿੰਗ ਦੇ ਵਿੱਚ ਨਿਪੁੰਨ ਹੈ। ਇਹ ਕੁਝ ਭ੍ਰਾਂਤੀਆਂ ਜਿਹੜੀਆਂ ਹੈ ਕਿ ਔਰਤ ਜਿਹੜੀ ਇੱਕ ਬੌਸ ਬਣ ਜਾਂਦੀ ਹੈ ਜਾਂ ਕੁਝ ਹੈ, ਮੈਨੂੰ ਲੱਗਦਾ ਹੈ ਕਿ ਇਹਨਾਂ 'ਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ। ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦੀ ਹਾਂ, ਆਪਣੇ ਆਸ-ਪਾਸ ਦੇ ਐਕਸਪੀਰੀਅੰਸ ਤੋਂ ਦੱਸ ਸਕਦੀ ਹਾਂ ਕਿ ਇੱਕ ਔਰਤ ਚਾਹੇ ਉਹ ਜਿਸ ਮਰਜ਼ੀ ਅਹੁਦੇ ਤੇ ਪਹੁੰਚ ਜਾਏ, ਜਿਸ ਤਰ੍ਹਾਂ ਹੀ ਉਹ ਆਪਣੇ ਘਰ ਦੇ ਵਿੱਚ ਐਂਟਰ ਕਰਦੀ ਹੈ, ਉਹ ਸਭ ਤੋਂ ਪਹਿਲਾਂ ਇੱਕ ਮਾਂ ਹੈ। ਉਹ ਫਟਾਫਟ ਆਪਣਾ ਰੂਪ ਜਿਹੜਾ ਹੈ ਉਹ ਚੇਂਜ ਕਰ ਲੈਂਦੀ ਹੈ ਜਦੋਂ ਉਹਨੂੰ ਇਹ ਪਤਾ ਚੱਲਦਾ ਹੈ ਕਿ ਮੇਰੇ ਬੱਚਿਆਂ ਨੇ ਇਹ ਚੀਜ਼ ਖਾਣੀ ਹੈ। ਉਹ ਬਿਨਾਂ ਇਸ ਚੀਜ਼ ਦੀ ਪਰਵਾਹ ਕੀਤੇ ਹੋਏ ਕਿ ਮੈਂ ਵੀ ਹੁਣੇ ਆਫਿਸ ਤੋਂ ਆਈ ਹਾਂ, ਉਹ ਫਟਾਫਟ ਉਹਦੇ ਕਦਮ ਜਿਹੜੇ ਆ ਉਹ ਕਿਚਨ ਵੱਲ ਚਲੇ ਜਾਂਦੇ ਆ। ਜੀ, ਜਿਸ ਦਿਨ ਉਹਨੂੰ ਇਹ ਪਤਾ ਚੱਲ ਜਾਏ ਕਿ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਹੈ, ਕੋਈ ਉਹਦਾ ਕੰਮ ਰਹਿੰਦਾ, ਕੋਈ ਪ੍ਰੋਜੈਕਟ ਰਹਿੰਦਾ, ਉਹ ਆਪਣੇ ਪ੍ਰੋਜੈਕਟ ਨੂੰ ਪਰੇ ਪਾ ਕੇ ਮਤਲਬ ਉਹ ਸੋਚੇਗੀ ਕਿ ਮੈਂ ਰਾਤ ਨੂੰ ਜਿਹੜੇ 6 ਘੰਟੇ ਜਾਂ 8 ਘੰਟੇ ਸੌਣਾ ਹੈ, ਮੈਂ ਆਪਣਾ ਪ੍ਰੋਜੈਕਟ ਉਦੋਂ ਦੇਖਾਂਗੀ, ਪਹਿਲਾਂ ਮੈਂ ਬੱਚੇ ਦੇ ਨਾਲ ਜਸਟਿਸ ਕਰਾਂ। ਉਹਨੂੰ ਇਹ ਪਤਾ ਚੱਲ ਜਾਏ ਕਿ ਮੇਰੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਉਣ ਵਾਲੇ ਹੈ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਜੇ ਉਹਨੇ 4 ਚੀਜ਼ਾਂ ਘਰ ਬਣਾਉਣੀਆਂ ਸੀ ਤਾਂ ਉਹ 2 ਹੀ ਘਰ ਬਣਾਏ, 2 ਬਾਹਰੋਂ ਆਰਡਰ ਕਰ ਦੇ ਜੀ, ਲੇਕਿਨ ਉਹ ਇਸ ਚੀਜ਼ ਲਈ ਪੂਰੀ ਸਜਗ ਹੈ ਕਿ ਘਰ ਦੇ ਪ੍ਰਤੀ ਵੀ ਮੇਰੀਆਂ ਕੁਝ ਰਿਸਪੌਂਸਿਬਿਲਿਟੀਜ਼ ਨੇ। ਹਾਂ, ਕਈ ਵਾਰੀ ਘਰ ਦੇ ਜਿਹੜੇ ਦੂਸਰੇ ਮੈਂਬਰਸ ਨੇ ਉਹ ਉਹਨੂੰ ਇੰਨਾ ਕੁ ਜ਼ਿਆਦਾ ਪ੍ਰੈਸ਼ਰਾਈਜ਼, ਫਿਰ ਗੱਲ ਸੋਚ ਤੇ ਆ ਗਈ ਜੀ। ਜੇ ਮਦਰ ਇਨ ਲਾਅ ਘਰ ਦੇ ਵਿੱਚ ਹੈ ਔਰ ਉਹਨੂੰ ਪਤਾ ਹੈ ਕਿ ਮੇਰੇ ਘਰ ਦੇ ਵਿੱਚ ਅੱਜ ਕੁਝ ਗੈਸਟ ਆਣੇ ਨੇ, ਚਾਹੇ ਉਹ ਗੈਸਟ ਮੇਰੀ ਨੂੰਹ ਦੇ ਪੇਕਿਆਂ ਚੋਂ ਆਣੇ ਨੇ, ਉਹਦੀ ਵੀ ਰਿਸਪੌਂਸਿਬਿਲਿਟੀ ਹੈ ਕਿ ਜੇ ਨੂੰਹ ਬਾਹਰ ਗਈ ਦੀ ਹੈ ਤੇ ਉਹਦੇ ਆਉਣ ਤੱਕ ਮੈਂ ਸਾਰਾ ਕੁਝ ਮੈਨੇਜ ਕਰਕੇ ਰੱਖਣਾ। ਔਰ ਮੈਨੇਜ ਸਿਰਫ ਇਹ ਨਹੀਂ ਕਰਨਾ ਕਿ ਉਹਨੇ ਖੁਦ ਬਣਾਉਣਾ ਜੀ, ਕਿਉਂਕਿ ਜਿਹੜੀ ਵਰਕਿੰਗ ਔਰਤ ਹੈ ਉਹਦੇ ਘਰ ਦੇ ਵਿੱਚ ਇੰਨੇ ਕੁ ਫਾਈਨੈਂਸਿਸ ਜਿਹੜੇ ਹੈ ਉਹ ਅਵੇਲੇਬਲ ਹੈ ਕਿ ਜੇ 4 ਚੀਜ਼ਾਂ ਉਹਨੂੰ ਬਾਹਰੋਂ ਵੀ ਆਰਡਰ ਕਰਨੀਆਂ ਪੈਂਦੀਆਂ ਤੇ ਉਹ ਕਰ ਸਕਦੀ ਹੈ। ਲੇਕਿਨ ਉਸ ਵੇਲੇ ਗੱਲ ਆ ਜਾਂਦੀ ਹੈ ਮੈਨੇਜਮੈਂਟ ਦੀ, ਗੱਲ ਆ ਜਾਂਦੀ ਹੈ ਸੋਚ ਦੀ, ਵਿਚਾਰ ਦੀ। ਸੋ ਮਲਟੀਟਾਸਕਿੰਗ ਜਿਹੜਾ ਹੈ ਇਹ ਸਿਰਫ ਔਰਤ ਹੀ ਕਰ ਸਕਦੀ ਹੈ ਜੀ। ਤੁਸੀਂ ਅੱਜ ਇੱਕ ਆਦਮੀ ਨੂੰ ਕਹਿ ਦਿਓ ਕਿ ਤੂੰ ਇਹ ਦਿਨ 'ਚ ਕੰਮ ਕਰਨੇ ਨੇ ਤੇ ਸ਼ਾਮ ਤੱਕ ਉਹਦੀ
ਔਰ ਇਹ ਤੇ ਬੜਾ ਇੱਕ ਲਾਈਵ ਐਗਜ਼ਾਮਪਲ ਹੈ ਕਿ ਜਦੋਂ ਇੱਕ ਹੋਮ ਮੇਕਰ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਸਾਰਾ ਦਿਨ ਕੀ ਕਰਦੀ ਹੈ ਜਾਂ ਸਾਰਾ ਦਿਨ ਤੂੰ ਵਿਹਲੀ ਬੈਠੀ ਰਹਿੰਦੀ ਹੈ, ਇੱਕ ਦਿਨ ਉਹਨੇ ਵਾਕਈ ਪਰਮਵੀਰ ਜੀ ਕੁਝ ਨਹੀਂ ਕੀਤਾ। ਔਰ ਜਦੋਂ ਸ਼ਾਮ ਨੂੰ ਘਰ ਦੇ ਵਿੱਚ ਸਾਰੇ ਲੋਕ ਆਏ ਤਾਂ ਘਰ ਦੇ ਵਿੱਚ ਉਸ ਤਰ੍ਹਾਂ ਹੀ ਉਥਲ ਪੁਥਲ ਮਚੀ ਹੋਈ ਸੀ ਜਿੱਦਾਂ ਉਹ ਸਵੇਰੇ ਛੱਡ ਕੇ ਗਏ ਸੀ। ਤੇ ਉਹਨੇ ਉਸ ਵੇਲੇ ਕਿਹਾ ਕਿ ਅੱਜ ਵਾਕਈ ਮੈਂ ਕੁਝ ਨਹੀਂ ਕੀਤਾ। ਮੈਸੀ ਹੈ ਸਾਰਾ ਕੁਝ ਮੈਸੀ ਹੈ। ਸੋ ਅਸੀਂ ਸਿਰਫ ਵਰਕਿੰਗ ਵੂਮਨ ਦੀ ਗੱਲ ਨਾ ਕਰੀਏ, ਅਸੀਂ ਈਵਨ ਜਿਹੜੀਆਂ ਲੇਡੀਜ਼ ਘਰ 'ਚ ਵੀ ਰਹਿੰਦੀਆਂ, ਦੇ ਆਲਸੋ ਹੈਵ ਅ ਵੈਰੀ ਇੰਪੋਰਟੈਂਟ ਰੋਲ ਟੂ ਪਲੇ। ਜੀ, ਜਿੱਥੇ ਤੱਕ ਅਸੀਂ ਬੱਚਿਆਂ ਦੇ ਭਵਿੱਖ ਦੀ ਗੱਲ ਕਰਦੇ ਹਾਂ, ਜਿੱਥੇ ਤੱਕ ਅਸੀਂ ਘਰ ਦੇ ਸਿਸਟਮ ਦੀ ਗੱਲ ਕਰਦੇ ਹਾਂ, ਐਂਡ ਦੈਟ ਇਜ਼ ਦ ਰੀਜ਼ਨ ਕਿ ਇੱਕ ਨਵੀਂ ਟਰਮ ਜਿਹੜੀ ਹੈ ਹੋਮ ਮੈਨੇਜਰਸ, ਹੋਮ ਮੇਕਰਸ ਦੀ ਆ ਗਈ ਹੈ ਹਾਊਸ ਵਾਈਫ ਨੂੰ ਕ੍ਰਾਸ ਕਰਕੇ। ਜੀ ਮੈਮ, ਸਾਡੇ ਇੱਥੇ ਕਨਸੈਪਟ ਹੈ ਅਰਧਨਾਰੀਸ਼ਵਰ, ਬੈਟਰ ਹਾਫ, ਕਿ ਤੁਹਾਡਾ ਅੱਧਾ ਹਿੱਸਾ ਹੈ ਔਰਤ ਔਰ ਉਹ ਬੈਟਰ ਹੈ। ਔਰ ਤੁਹਾਡਾ ਸੰਦੇਸ਼ ਕੀ ਹੈ? ਦੋ ਗੱਲਾਂ। ਸਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ, ਔਰ ਮੈਂ ਇਸ ਗੱਲ ਨੂੰ ਦੂਸਰੀ ਗੱਲ ਨੂੰ ਵੀ ਇਹਦੇ ਨਾਲ ਜੋੜਾਂਗੀ। ਇੱਕ ਸਲੋਗਨ ਦੇ ਰਾਹੀਂ ਮੈਂ ਇਸ ਗੱਲ ਦਾ ਜ਼ਿਕਰ ਕਰਾਂਗੀ। ਹੰਸਰਾਜ ਮਹਿਲਾ ਮਹਾਵਿਦਿਆਲਾ, ਜਿਹੜੇ ਕਾਲਜ ਦੀ ਮੈਂ ਪ੍ਰਿੰਸੀਪਲ ਹਾਂ, ਅਸੀਂ ਉੱਥੇ ਇੱਕ ਸਲੋਗਨ ਸਿਰਜਿਆ ਹੈ। ਉਸ ਸਲੋਗਨ ਦੀਆਂ 2 ਲਾਈਨਾਂ ਤਾਂ ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਬੇਟੀ ਬਚਾਓ ਬੇਟੀ ਪੜ੍ਹਾਓ। ਅਸੀਂ ਉਹਦੇ ਨਾਲ 2 ਚੀਜ਼ਾਂ ਹੋਰ ਜੋੜੀਆਂ ਨੇ, ਬੇਟੀ ਬਚਾਓ ਬੇਟੀ ਪੜ੍ਹਾਓ, ਬੇਟਾ ਸਮਝਾਓ ਔਰ ਬਜ਼ੁਰਗ ਅਪਣਾਓ। ਵਾਹ ਵਾਹ। ਮੈਨੂੰ ਲੱਗਦਾ ਕਿ ਇਹ ਸਾਰੀ ਦੀ ਸਾਰੀ ਚਰਚਾ ਜਿਹੜੀ ਹੈ, ਜੇ ਅਸੀਂ ਇਹਨਾਂ 4 ਬਿੰਦੂਆਂ ਦੇ ਉੱਤੇ ਕੇਂਦਰਿਤ ਕਰ ਦਈਏ, 2 ਦੇ ਉੱਤੇ ਸਾਡਾ ਵੀ ਧਿਆਨ ਹੈ, ਸਾਡੀਆਂ ਸਰਕਾਰਾਂ ਦਾ ਵੀ ਧਿਆਨ ਹੈ ਜੀ। ਤੀਸਰੀ ਚੀਜ਼ ਹੈ ਬੇਟਾ ਸਮਝਾਓ। ਜਿਸ ਦਿਨ ਅਸੀਂ ਬੇਟੇ ਨੂੰ ਸਮਝਾ ਲਾਂਗੇ, ਉਹ ਬੇਟਾ ਜਿਹੜਾ ਕਿ ਇੱਕ ਪਿਤਾ ਵੀ ਬਣੇਗਾ, ਇੱਕ ਭਰਾ ਵੀ ਹੈ, ਇੱਕ ਸਾਡਾ ਵਰਕਿੰਗ ਪਲੇਸ ਦੇ ਉੱਤੇ ਮੇਲ ਕਾਊਂਟਰ ਪਾਰਟ ਵੀ ਹੈ। ਜਿਸ ਦਿਨ ਅਸੀਂ ਉਹਨੂੰ ਸਮਝਾ ਲਾਂਗੇ ਕਿ ਔਰਤ ਜਿਹੜੀ ਹੈ ਉਹ ਕਮੋਡਿਟੀ ਨਹੀਂ ਹੈ, ਉਹਦੀ ਇੱਕ ਕੰਪਲੀਟ ਆਈਡੈਂਟੀਟੀ ਹੈ, ਉਹਨੂੰ ਵੀ ਉਸ ਤਰ੍ਹਾਂ ਹੀ ਮਾਨ ਸਨਮਾਨ ਦੇਣਾ ਹੈ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਮੇਲ ਦੋਸਤਾਂ ਨੂੰ ਦਿੰਦੇ ਹੋ ਜੀ, ਤਾਂ ਸਾਡੀਆਂ ਪਰੇਸ਼ਾਨੀਆਂ ਘੱਟ ਜਾਣਗੀਆਂ। ਜਿਸ ਦਿਨ ਅਸੀਂ ਬਜ਼ੁਰਗਾਂ ਨੂੰ ਆਪਣੇ ਨਾਲ ਰੱਖ ਕੇ ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦਾ ਮਾਨ ਸਨਮਾਨ ਕਰਨਾ ਸ਼ੁਰੂ ਕਰ ਦਾਂਗੇ ਜਾਂ ਕਰ ਰਹੇ ਹਾਂ, ਅਸੀਂ ਆਪਣੇ ਬੱਚਿਆਂ ਦੇ ਵਿੱਚ ਉਹ ਮਾਨ ਸਨਮਾਨ ਕਿਸ ਤਰ੍ਹਾਂ ਕੀਤਾ ਜਾਣਾ ਹੈ ਉਹਦਾ ਬੀਜ ਆਪਣੇ ਆਪ ਪਾ ਲਾਂਗੇ। ਜੀ, ਅੱਜ ਬਜ਼ੁਰਗਾਂ ਨੂੰ, ਅੱਜ ਸਾਡੇ ਜਿਹੜੇ ਬਜ਼ੁਰਗ ਨੇ ਉਹ ਫਾਈਨੈਂਸ਼ੀਅਲੀ ਬੜੇ ਸਟੇਬਲ ਨੇ। ਕਿਉਂ? ਕਿਉਂਕਿ ਉਹ ਵੀ ਇਸ ਵਰਕਿੰਗ ਕਲਾਸ 'ਚੋਂ। ਉਹਨਾਂ ਨੂੰ ਜ਼ਰੂਰਤ ਕਿਸ ਚੀਜ਼ ਦੀ ਹੈ? ਸਾਡੇ ਥੋੜੇ ਜਿਹੇ ਸਮੇਂ ਦੀ, ਸਾਡੇ ਥੋੜੇ ਜਿਹੇ ਪਿਆਰ ਦੀ, ਸਾਡੇ ਥੋੜੇ ਜਿਹੇ ਮਾਨ ਸਨਮਾਨ। ਤੁਸੀਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਔਰ ਤੁਸੀਂ ਵੀ ਬਹੁਤ ਸਾਰਾ ਸਾਨੂੰ ਜਾਗਰੂਕਤਾ ਦਿੱਤੀ ਹੈ, ਔਰ ਜਿਹੜੀਆਂ ਲੇਡੀਜ਼ ਜਾਗਰੂਕ ਨਹੀਂ ਹੈ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਸ਼ੁਭ ਇੱਛਾਵਾਂ। ਥੈਂਕ ਯੂ।